ਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੱਬੂ ਮੂਸਾ। ਸਵਾਗਤ ਹੈ ਤੁਹਾਡਾ। ਦੋਸਤੋ, ਅੱਜ ਆਪਣੇ ਨਾਲ ਜਿਹੜੇ ਸ਼ਖਸ ਹੈਗੇ ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਸੋ ਆਪਾਂ ਸਿੱਧਾ ਗੱਲਬਾਤ ਹੀ ਸ਼ੁਰੂ ਕਰਦੇ ਹਾਂ। ਪਹਿਲਾਂ ਤੁਸੀਂ ਸਾਹਿਬ ਸਤਿ ਸ਼੍ਰੀ ਅਕਾਲ। ਥੈਂਕ ਯੂ ਡਾਕਟਰ ਸਾਹਿਬ। ਸਾਹਿਬ, ਇੱਕ ਬਹੁਤ ਵੱਡੀ ਲੜਾਈ ਤੁਸੀਂ ਇਸ ਗੰਧਲੇ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਦੇ ਖਿਲਾਫ ਵੀ ਲੜ ਰਹੇ ਹੋ, ਜਿਹਦੇ ਵਿੱਚ ਆਪਾਂ ਲੁਧਿਆਣੇ ਵਾਲਾ ਆਸ਼ੂ ਵਾਲਾ ਮਸਲਾ ਹੀ ਸੀਗਾ। ਇਹ ਹੁਣ ਕੇਸ ਜੋ ਇਦੋਂ ਪਹਿਲਾਂ ਬੀਤ ਚੁੱਕਿਆ ਉਹ ਤਾਂ ਲੋਕਾਂ ਨੂੰ ਸਭ ਪਤਾ ਹੈ। ਇਦੋਂ ਅੱਗੇ ਕਹਾਣੀ ਕਿੱਥੇ ਖੜੀ ਹੈ ਜੀ? ਇਦੋਂ ਵੀ ਕਹਾਣੀ ਹੈਗੀ ਹੈ ਡਾਕਟਰ ਸਾਹਿਬ ਕਿ ਕੱਲ ਇਹਦੀ ਬੇਲ ਜਿਹੜੀ ਸੀਗੀ ਲੱਗੀ ਹੋਈ ਸੀ ਤੇ ਸੁਣਵਾਈ ਨਹੀਂ ਹੋਈ। ਹਾਂਜੀ, ਉਹ ਦੱਸਣ ਜੋ ਗੱਲਾਂ ਹੁੰਦੀਆਂ ਕਿ ਜੇ 10 ਦਿਨ ਇਹਨੂੰ ਜੇਲ੍ਹ 'ਚ ਬੇਲ ਹੋਏ ਤੇ ਬੇਲਾਂ ਵੀ ਲੱਗ ਗਈਆਂ, ਸੁਣਵਾਈਆਂ ਵੀ ਹੋ ਗਈਆਂ। ਕੋਈ ਆਮ ਆਦਮੀ ਹੁੰਦਾ ਅਜੇ ਤੱਕ ਮਹੀਨੇ ਬੱਦੀ ਜਿਹੜੀਆਂ ਹੈਗੀਆਂ ਡੇਟਾ ਫਿਕਸ ਹੁੰਦੀਆਂ, ਮਤਲਬ ਤੋਂ ਇੱਕ ਜਿਹੜਾ ਸਿਸਟਮ ਵਰਕ ਕਰ ਰਿਹਾ ਹੈ ਅਗੇਂਸਟ ਜਿਹੜੇ ਸਿਸਟਮ ਦੇ ਅਗੇਂਸਟ ਜਿਹੜਾ ਸਹੀ ਸਿਸਟਮ ਹੈ ਇਹਦੇ ਅਗੇਂਸਟ ਜਿਹੜਾ ਗਲਤ ਸਿਸਟਮ ਖੜਾ ਹੋਇਆ ਸਟਰੋਂਗ ਹੈਗਾ। ਤੋਂ ਮਤਲਬ ਹਰ ਟਾਈਮ ਇਹਨਾਂ ਦੀ ਜਿਹੜੀ ਹਰ ਤਰ੍ਹਾਂ ਦੀ ਹੈਲਪ ਕਰਨ ਵਾਸਤੇ ਤਰਲੋ ਮੱਛੀ ਹੋਇਆ ਹੋਇਆ। ਵਕਾਲਤ ਦਾ ਜਿਹੜਾ ਕਿੱਤਾ ਲਾ ਲਓ, ਇਹਦੇ ਵਿੱਚ ਵੀ ਜਿਹੜੇ ਹੁਣ ਗਿਰਾਵਟ ਇੰਨੀ ਆ ਗਈ ਕਿ ਕਿਸੇ ਦਾ ਕੇਸ ਫੜਨ ਤੋਂ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਜਿਹੜਾ ਇਸ ਤਰ੍ਹਾਂ ਦੇ ਸਮਾਜ ਦੇ ਕਲੰਕ ਲੋਕ ਬੰਦੇ ਜਿਹੜੇ ਹੈਗੇ ਜਿਨ੍ਹਾਂ ਨੇ ਸ਼ਰੇਆਮ ਸਾਹਮਣੇ ਨੁਕਸਾਨ ਕੀਤੇ, ਜਿਹੜੇ ਕਤਲਾਂ ਦੇ ਜ਼ਿੰਮੇਵਾਰ ਨੇ, ਜਿਹੜੇ ਹਰ ਤਰ੍ਹਾਂ ਦੀ ਸਮਾਜ ਦੀ ਗਿਰਾਵਟ ਦੇ ਜਿਹੜੇ ਪ੍ਰਤੱਖ ਦੋਸ਼ੀ ਹੈ, ਉਹਨਾਂ ਵਾਸਤੇ ਵੀ ਕੋਈ ਕ੍ਰਾਈਟੇਰੀਆ ਜਾਂ ਕੋਈ ਸਮਾਜਿਕ ਇਸ ਤਰ੍ਹਾਂ ਦਾ ਬਾਈਕਾਟ ਕੀਤਾ ਜਾ ਸਕੇ ਕਿ ਇਹੋ ਜਿਹੇ ਬੰਦਿਆਂ ਨੂੰ ਕੱਲ੍ਹ ਨੂੰ ਕਾਨੂੰਨ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਜਿਹੜੇ ਹੈਗੇ ਆ ਮਦਦ ਕਰਨ ਵਾਸਤੇ ਘੱਟੋ ਘੱਟ ਪ੍ਰੋਮੀਨੈਂਟ ਬੰਦੇ ਦਾ ਨਾਮ, ਠੀਕ ਹੈ। ਉਹਦਾ ਜਿਹੜਾ ਨੰਗਾ ਤਮਾਸ਼ਾ ਜਿਹੜਾ ਦੇਖਣ ਨੂੰ ਮਿਲਦਾ ਹੁੰਦਾ ਉਹ ਵੇਖਣ ਨੂੰ ਮਿਲਿਆ ਕੱਲ, ਕਿਉਂਕਿ ਮੈਂ ਇਹਦੇ ਬਤੌਰ ਵਿਟਨੈਸ ਜਾ ਸਕਦਾ ਹੁੰਦਾ। ਮੈਂ ਕਿਹਾ ਆਪਣੀ ਗੱਲ ਵੀ ਰੱਖੀ ਹੈ। ਕੋਈ ਚੀਜ਼ਾਂ ਜਿਹੜੀਆਂ ਉੱਥੇ ਹੋਰ ਵਿਖਾਈਆਂ ਜਾ ਰਹੀਆਂ ਸੀਗੀਆਂ, ਉੱਥੇ ਨਿੱਕੀਆਂ ਨਿੱਕੀਆਂ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਛੋਟੇ ਛੋਟੇ ਬੰਦਿਆਂ ਨੂੰ ਸਿੱਟੀਆਂ ਜਾ ਰਹੀਆਂ ਸੀ ਤੇ ਮੰਤਰੀ ਸਾਹਿਬ ਨੂੰ ਦੋਸ਼ ਦੱਸਿਆ ਜਾ ਰਿਹਾ ਸੀਗਾ। ਇਹਨੂੰ ਕੀ ਪਤਾ ਜੀ ਡੀਪੂਆਂ ਦੇ ਜਿਹੜੇ ਹੈਗੇ ਆ ਸੁਪਰਡੈਂਟ ਜੀ ਹੈ, ਫੈਸਲ ਜੀ ਫਲਾਨਾ ਜ਼ਿੰਮੇਵਾਰ ਹੁੰਦੇ ਆ। ਮੰਤਰੀ ਸਾਹਿਬ ਵੀ ਤਾਂ ਵਿਚਾਰੇ ਕੁਝ ਕਰਨਾ ਨਹੀਂ ਹੁੰਦਾ, ਪੈਸੇ ਇਕੱਠੇ ਕਰਨੇ ਹੁੰਦੇ, ਉਹ ਤਾਂ ਕਹਿ ਨਹੀਂ ਸਕਦੇ। ਦੱਸ ਰਹੇ ਜੀ ਵੀ ਮੰਤਰੀ ਨੇ ਕੁਝ ਨਹੀਂ ਕਰਨਾ ਹੁੰਦਾ, ਤਾਂ ਆਹ ਫਲਾਣੇ ਨੇ ਕੀਤਾ, ਆਹ ਢੰਗੇ ਨੇ ਕੀਤਾ। ਇਹ ਨਿਰਦੋਸ਼ ਹੈ, ਜਿਹੜੀ ਬਾਹਰ ਕੱਢ ਦੇ। ਮੈਨੂੰ ਚਲੋ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਟੱਪਿਆ ਹੋਇਆ, ਰੰਜਿਸ਼ ਵੀ ਹੁੰਦੀ ਹੈ, ਤਕਲੀਫ ਵੀ ਹੁੰਦੀ ਹੈ। ਆਪਣੀ ਥੋੜੀ ਉਹ ਜਿਹੀ ਭਾਸ਼ਾ ਵੀ ਮੈਂ ਕਈ ਵਾਰੀ, ਹਾਲਾਂਕਿ ਮੈਂ ਕੋਈ ਗਾਲੀ ਗਲੋਚ ਤਾਂ ਕਿਸੇ ਨੂੰ ਪੜ੍ਹਦਾ ਨਹੀਂ ਹੈਗਾ, ਪਰ ਸਖਤ ਹੁੰਦਾ ਤਾਂ ਮੈਂ ਉਹਨਾਂ ਨੂੰ ਬੜੀ ਲਾਹਨਤ ਪਾਈ ਸੀ ਕਿ ਤੁਸੀਂ ਜਿਹੜੇ ਦੇ ਸਮਾਜ ਦੇ ਕਲੰਕ ਲੋਕਾਂ ਨੂੰ ਜਿਹੜੇ ਬਚਾਉਣ ਦੇ ਕੰਮ ਕਰ ਰਹੇ ਹੁੰਦੇ ਆ, ਉਹ ਵੀ ਕਲੰਕਤ ਲੋਕ ਹੀ ਹੁੰਦੇ। ਚੰਗਾ ਬੰਦਾ ਜਿਹੜਾ ਹੁੰਦਾ ਕਦੇ ਵੀ ਇਹ ਜਿਹੇ ਲੋਕਾਂ ਦੀ ਪੈਰਵੀ ਕਰਨ ਵਾਸਤੇ ਨਹੀਂ ਹੁੰਦਾ। ਬੜੀ ਤਕਲੀਫ ਹੋਈ ਉਹਨਾਂ ਨੂੰ, ਪਰ ਮੈਂ ਆਪਣੀ ਗੱਲ ਕਹੀ ਹੈ। ਉਹ ਕਹਿਣਾ ਬਰਾਬਰ ਸੀ ਕਿ ਬਹੁਤ ਜਲਦਬਾਜ਼ੀ ਵਿੱਚ ਇਹ ਚੀਜ਼ਾਂ ਚੱਲ ਪਈਆਂ, ਕਿਉਂਕਿ ਇੱਥੋਂ ਜਮਾਨਤ ਰਿਜੈਕਟ ਹੋਊਗੀ। ਵੱਡੀ ਵੀਰ ਕੀ ਪਤਾ ਹੈ, ਕਿਉਂਕਿ ਇਹ ਜਿਹੇ ਪ੍ਰੋਮੀਨੈਂਟ ਕੇਸਾਂ ਵਿੱਚ ਜਿਹੜੇ ਵੱਡੇ ਬੰਦੇ ਜਿੱਥੇ ਫਸੇ ਹੁੰਦੇ, ਜਿੱਥੇ ਕਿ ਬੜੇ ਵੱਡੇ ਆਪਾਂ ਤੋਂ ਕਰੋੜਾਂ ਦੇ ਲੈਣ ਦੇਣ ਹੋਣੇ ਹੁੰਦੇ ਆ, ਉੱਥੇ ਜਿਹੜੀਆਂ ਥੱਲੇ ਵਾਲੀ ਕੋਰਟਾਂ ਨੂੰ ਥੋੜਾ ਉਹ ਹੁੰਦਾ ਹੈ ਕਿ ਕਿਸੇ ਨੂੰ ਰਿਲੀਫ ਦੇਣ ਦਾ। ਹਾਲਾਂਕਿ ਜੇ ਕੁਝ ਮਿਲਦਾ ਥੱਲੇ ਇਹਦਾ ਜਿਹੜੀ ਸਿਸਟਮ ਚ ਜਿਆਜੀ ਕੁਛ ਹੈਗਾ ਉਹ ਥੱਲੇ ਹੈਗਾ। ਉੱਪਰਲੀਆਂ ਦੋਵੇਂ ਵੱਡੀਆਂ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਉੱਥੇ ਕੁਛ ਨਹੀਂ ਕਿਸੇ ਨੂੰ ਮਿਲਦਾ। ਉੱਥੇ ਤਾਂ ਜਿਹੜੇ ਲੋਕ ਬੈਠੇ ਆ ਉਹ ਆਏ ਪਤਾ ਨਹੀਂ ਕਿੱਥੋਂ ਆ, ਏਲੀਅਨ ਕਹਿੰਦਾ ਉਹਨਾਂ ਨੇ, ਨਾ ਉਹਨਾਂ ਨੂੰ ਕਿਸੇ ਨੇ ਅਪੁਆਇੰਟ ਕੀਤਾ, ਨਾ ਉਹਨਾਂ ਨੇ ਕਿਸੇ ਦੀ ਵੋਟ ਲਈ ਹੈ। ਇੱਕ ਸੈਟਅਪ ਬਣਿਆ ਹੋਇਆ ਡਿਫਰੈਂਟਲੀ, ਉਹਦੇ ਵਿੱਚੋਂ ਜੋ ਆਪਣੇ ਆਪ ਖੁੰਬਾਂ ਉੱਗੀ ਜਾਂਦੇ ਆ, ਪੁਰਾਣੇ ਪਿੱਛੇ ਹੋਈ ਜਾਂਦੇ, ਨਵੇਂ ਅੱਗੇ ਹੋਈ ਜਾਂਦੇ ਆ। ਜਿਹੜਾ ਹੁਣ ਨਵਾਂ ਚੀਫ ਜਸਟਿਸ ਬਣਨ ਜਾ ਰਿਹਾ ਇੰਡੀਆ ਦਾ, ਤੀਜੀ ਪੀੜ੍ਹੀ, ਦਾਦਾ ਵੀ ਪਿਓ ਵੀ ਗਾਂ ਮੁੰਡਾ, ਪਰ ਇਹ ਦੇਖੋ ਤੁਸੀਂ ਸੈਟਅਪ ਕਿਸ ਤਰ੍ਹਾਂ ਦਾ ਬਣਿਆ ਹੋਇਆ। ਇਵੇਂ ਹੀ ਸਾਰੀ ਜੁਡੀਸ਼ਰੀ ਹਾਈ ਕੋਰਟ ਸੁਪਰੀਮ ਕੋਰਟ ਦੀ ਹੈ, ਉਹੀ ਰਿਸ਼ਤੇਦਾਰੀਆਂ, ਉਹੀ ਆਪਣੇ ਉਹੀ ਜੋ ਇੱਕ ਸੈਟਅਪ ਜਿਹੜਾ ਹੈਗਾ ਲੀਡ ਕਲਾਸ ਦਾ ਐਡਾ ਵੱਡਾ, ਮਤਲਬ ਇੱਕ ਜਿਵੇਂ ਸਿਆਸੀ ਇੱਕ ਸੈਟਅਪ ਤਿਆਰ ਹੋਇਆ, ਇਵੇਂ ਇੱਕ ਇਸ ਤਰ੍ਹਾਂ ਦਾ ਵੱਖਰਾ ਸੈਟਅਪ ਵੱਖਰੇ ਲੋਕਾਂ ਦਾ ਉਹ ਤਿਆਰ ਹੋਇਆ ਹੈ। ਚਲੋ ਵਿਸ਼ਾ ਨਹੀਂ, ਆਪਾਂ ਗੱਲ ਹੋਰ ਪਾਸੇ ਚਲੀ ਗਈ। ਉਹ ਕਹਿਣਾ ਮਤਲਬ ਜੇ ਜੁਡੀਸ਼ੀਅਲ ਸਿਸਟਮ ਵਿੱਚ ਕੁਝ ਕੱਢਣ ਪਾਉਣ ਹੈਗਾ ਜਾਂ ਕੋਈ ਇਨਸਾਫ ਹੈਗਾ ਤਾਂ ਉਹ ਥੱਲੇ ਹੈਗਾ, ਕਿਉਂਕਿ ਇਹ ਲੋਕ ਜਿਹੜੇ ਹੈਗੇ ਕੁਆਲੀਫਾਈਡ ਨੇ, ਇਹ ਟੈਸਟਾਂ ਵਿੱਚੋਂ ਆਏ ਹੋਏ ਆ, ਜੁਡੀਸ਼ੀਅਲ ਐਗਜ਼ਾਮ ਦੇ ਕੇ ਆਏ ਹੋਏ ਆ, ਪੀਸੀਐਸ ਭਰਤੀ ਹੋਏ ਆ, ਤਰੱਕੀਆਂ ਕਰਦੇ ਆ, ਸੈਸ਼ਨ ਜੱਜ ਬਣਦੇ ਆ, ਬਹੁਤ ਕੁਛ ਉਹ ਦੇਖਦੇ, ਪਰ ਗੁਲਾਮੀ ਇਹਨਾਂ ਦੇ ਸਿਰ ਤੇ ਵੀ ਬਹੁਤ ਵੱਡੀ ਹੈ। ਹਾਈ ਕੋਰਟ ਦਾ ਐਡਾ ਵੱਡਾ ਜਿਹੜਾ ਡੰਡਾ ਇਹਨਾਂ ਦੇ ਹਰ ਟਾਈਮ ਰਹਿੰਦਾ ਹੈ, ਇਹਨਾਂ ਦੀਆਂ ਪ੍ਰਮੋਸ਼ਨਾਂ ਤੇ, ਇਹਨਾਂ ਦੇ ਹੋਰ ਸਿਸਟਮ ਤੇ। ਸੋ ਬਹੁਤ ਇਹਨਾਂ ਦੀ ਮਤਲਬ ਡੇੜੇ ਵੇਖਿਆ ਨਾ ਸਿਸਟਮ ਨੂੰ, ਇਸ ਦੇ ਬਾਵਜੂਦ ਵੀ ਕਰੇ ਨਹੀਂ, ਜੇ ਕੋਈ ਲੱਗਦੀ ਹਵਾ ਠੰਡੀ ਦਾ ਬੋਲਾ ਹੁੰਦਾ ਤਾਂ ਥੱਲੇ ਆਉਂਦਾ ਹੁੰਦਾ। ਉੱਪਰ ਦਾ ਜਿਹੜਾ ਹੈਗਾ ਉਹਦੇ ਮੁਤਾਬਕ ਜੋ ਗਵਰਨਮੈਂਟ ਹੁੰਦੀ ਹੈ, ਜੋ ਸਿਸਟਮ ਹੁੰਦਾ ਉਹਦੇ ਮੁਤਾਬਕ ਜਿਹਨੂੰ ਰਿਲੀਫ ਦੇਣੀ ਹੈ, ਜਿਹਨੂੰ ਨਹੀਂ ਦੇਣੀ ਹੈ, ਪਹਿਲਾਂ ਹੀ ਤੈਅ ਹੁੰਦਾ। ਹੁਣ ਜਾਗਰਤੀ ਆਈ ਵੀ ਹੈ, ਸੋਸ਼ਲ ਮੀਡੀਆ ਵੀ ਸਟਰੋਂਗ ਹੈਗਾ। ਜਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਟੁੱਟਿਆ ਉਹਦੇ ਨਾਲ ਵੀ ਜਿਹੜਾ ਹੈਗਾ, ਕਿਉਂਕਿ ਇਹ ਤਾਂ ਨੈਕਸਸ ਹੈ ਜਿਹੜਾ ਇਹ ਮੀਡੀਆ ਹੋ ਗਿਆ, ਜੁਡੀਸ਼ਰੀ ਹੋ ਗਈ, ਤੇ ਜਿਹੜਾ ਦੋਵੇਂ ਜਿਹੜੀਆਂ ਸੰਸਥਾਵਾਂ ਕਾਰਜਪਾਲਿਕਾ ਤੇ ਨਿਆਂਪਾਲਿਕਾ, ਸਭ ਜਿਹੜਾ ਮਤਲਬ ਇਹ ਸਾਰਾ ਇੱਕ ਨੈਕਸਸ ਹੈ। ਇਹ ਜਿਹੜਾ ਹੁਣ ਐਕਸਪੋਜ਼ ਹੋ ਰਿਹਾ, ਕਿਉਂ ਹੋ ਰਿਹਾ? ਕਿਉਂਕਿ ਸੋਸ਼ਲ ਮੀਡੀਆ ਕਰਕੇ ਹੋ ਰਿਹਾ। ਜਿਹੜਾ ਮੀਡੀਆ ਉਹ ਜਿਹਦਾ ਕੰਮ ਸੀ ਉਹ ਨਹੀਂ ਕਰ ਰਿਹਾ ਹੈ। ਸੋਸ਼ਲ ਮੀਡੀਆ ਤੁਸੀਂ ਮੈਂ ਜਿਹੜੇ ਆਮ ਲੋਕ ਜਿਹੜੇ ਬਹਿ ਕੇ ਗੱਲ ਕਰਦੇ ਉੱਥੋਂ ਐਕਸਪਲੇਨ ਹੁੰਦੀਆਂ ਗੱਲਾਂ ਜਾਂ ਬਹੁਤ ਦੂਰ ਜਾਂਦੀਆਂ, ਕਿਉਂਕਿ ਸੱਚ ਜਿਹੜੇ ਹੁੰਦੇ ਆ ਹਰ ਕੋਈ ਸੁਣਨਾ ਚਾਹੁੰਦਾ ਤੇ ਬੋਲਦਾ ਕੋਈ ਹੈ ਨਹੀਂ। ਮੀਡੀਆ ਜਿਹੜਾ ਜਿਹਦੀ ਜੋੜੀ ਸੀ ਉਹ ਤਾਂ ਵੇਖ ਕੇ ਥੱਲੇ ਲੱਗਿਆ ਹੋਇਆ, ਜਿਵੇਂ ਆਪਾਂ ਪਹਿਲਾਂ ਜੁਡੀਸ਼ੀਅਲ ਸਿਸਟਮ ਦੀ ਗੱਲ ਕੀਤੀ ਹੈ। ਉਹ ਫਿਰ ਵੀ ਜਿਹੜੀਆਂ ਕੱਲ੍ਹ ਦੀ ਤਾਂ ਮੈਨੂੰ ਪਤਾ ਹੈ ਕਿ ਜੇ ਛੇਤੀ ਹੁੰਦਾ ਕੋਈ ਹੁਕਮ ਹੀ ਨਹੀਂ ਹੋਣਾ, ਕੈਂਸਲ ਹੋਊਗੀ।
ਫਿਰ ਹਾਈ ਕੋਰਟ ਲੱਗਦੀ ਹੈ, ਉਦੋਂ ਹਾਈ ਕੋਰਟ ਨੂੰ ਯਾਦ ਕਰਾਵਾਂਗੇ ਵੀ ਇਹ ਉਹੀ ਸੱਜਣਾ ਜਿਹੜਾ ਕਹਿੰਦਾ ਸੀ ਜਾ ਕੇ ਕਹਿੰਦੇ ਹਾਈ ਕੋਰਟ ਮੰਤਰੀ ਸੜਕ ਨਹੀਂ ਬਣ ਦਿੰਦਾ, ਇਹ ਯਾਦ ਕਰਾਵਾਂਗੇ। ਜੇ ਮੈਂ ਇੱਥੇ ਪਹੁੰਚਿਆ ਤਾਂ ਉੱਥੇ ਵੀ ਪਹੁੰਚਾਂਗੇ, ਦੱਸਾਂਗੇ ਇਹਨੂੰ ਯਾਦ ਕਰਾਵਾਂਗੇ। ਉਮੀਦ ਕਰਦੇ ਹਾਂ ਕਿ ਹਾਈ ਕੋਰਟ ਨੂੰ ਯਾਦ ਕਰਵਾ ਕੇ ਵੀ ਇਹ ਉਹ ਲੋਕ ਨੇ ਜਿਹੜੇ ਤੁਹਾਡੀ ਦਇਆ ਦ੍ਰਿਸ਼ਟੀ ਦੇ ਜਾਂ ਤੁਹਾਡੇ ਵੱਲੋਂ ਖਰੀਦੇ ਵੇਚੇ ਜਾਣ ਦੇ ਮੁਹਤਾਜ ਨਹੀਂ ਹਨ। ਇਹਨਾਂ ਨਾਲ ਸੌਦੇਬਾਜ਼ੀਆਂ ਜਿਹੜੀਆਂ ਹੈਗੀਆਂ ਬਹੁਤ ਹੋਰ ਥੱਲੇ ਲੈ ਕੇ ਜਾਣਗੀਆਂ, ਯਾਦ ਕਰਾਵਾਂਗੇ ਉਹਨਾਂ ਵੱਡੀਆਂ ਜਿਹੜੀਆਂ ਦੁਕਾਨਦਾਰ ਬਣੀਆਂ ਹੋਣ ਇਹਨਾਂ ਨੂੰ। ਉਹ ਦੇਖਦੇ ਹਾਂ ਆਪਣੇ ਸਭ ਕੀ ਹੁੰਦਾ। ਪਰ ਅੱਜ ਜਿਹੜੀ ਕੱਲ੍ਹ ਦੀ ਗੱਲ ਹੈ, ਮੈਨੂੰ ਨਹੀਂ ਵੀ ਹੋਰ ਚ ਕੋਈ ਵੀ ਚੱਲਦਾ, ਕੁਝ ਇਹ ਵੀ ਹੋ ਸਕਦਾ ਕੋਈ ਇਹੋ ਜਿਹੀ ਸਾਜ਼ਿਸ਼ ਤਹਿਤ ਇਹ ਕਹਿ ਦਿੱਤਾ ਜਾਵੇ ਕਿਤੇ ਹੋਰ ਜਿਹੜੀਆਂ ਸੈਟਿੰਗਾਂ ਕਿਤੇ ਹੋਰ ਹੋਣ ਤੇ ਹੁਕਮ ਕਿਤੇ ਹੋਰ ਕਰਦੇ ਜਾਣ, ਕੋਈ ਜਿਹੜਾ ਮਿਰਾਕਲ ਹੈ ਜਾਂ ਜਿਹੜਾ ਚਮਤਕਾਰ ਉਹ ਕਿਤੇ ਵੀ ਘਟ ਸਕਦਾ। ਗੱਲ ਵੀ ਹੈ ਤਾਂ ਜੱਜ ਹੀ ਨਾ ਜ਼ਮਾਨਤ ਲੈਣੀ, ਪਰ ਮੈਨੂੰ ਜੋ ਹੁਣ ਤੱਕ ਦਾ ਜੋ ਸਾਡਾ ਤਜਰਬਾ ਜੋ ਹਾਲਾਤ ਹੈ ਕੇਸ ਦੇ ਜਾਂ ਜਿਹੜਾ ਹਾਈ ਪ੍ਰੋਫਾਈਲ ਕੇਸ ਹੈ ਉਹ ਮੈਂ ਕਹਿ ਰਿਹਾ ਇਹਨੂੰ ਜਿਹੜੀ ਜ਼ਮਾਨਤ ਵਗੈਰਾ ਜਿਹੜੀ ਇਹਦੀ ਧਰਮ ਸੋਚ ਨੂੰ ਦਿੱਤੀ ਹੋਈ ਹੈ ਦੂਜੇ ਸਿੰਘਾਂ ਨੂੰ ਦਿੱਤੀ ਹੈ, ਤਾਂ ਉਹ ਵੱਡੀਆਂ ਜਿਹੜੀਆਂ ਮਾਲ ਤੋਂ ਮਿਲੂਗੀ, ਛੋਟੀਆਂ ਦੁਕਾਨਾਂ ਤੋਂ ਮਿਲਣੀ, ਵੱਡੇ ਮਾਲ ਖੁੱਲੇ ਹੋਏ ਜਿਹੜੇ। ਸਿੱਖ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਸੀ ਹਵਾ ਠੰਡੀ ਹਵਾ ਦੇ ਬੁੱਲੇ ਦੀ ਵੀ ਕਹਿਣ ਦਾ ਮਤਲਬ ਵੀ ਇਸ ਕੇਸ ਦੇ ਵਿੱਚ ਕੋਈ ਚੰਗੀ ਚੀਜ਼ ਤੁਸੀਂ ਕਹਿੰਦੇ ਸੁਣਨ ਨੂੰ ਮਿਲੂ, ਪਰ ਕੋਈ ਵੀ ਕੇਸ ਦਾ ਫੈਸਲਾ ਜਾਂ ਆਪਾਂ ਕਹਿੰਦੇ ਜ਼ਮਾਨਤ ਦੇ ਫੈਸਲਾ ਉਹ ਤੱਥਾਂ ਜਾਂ ਕਾਗਜ਼ਾਂ ਦੇ ਆਧਾਰ ਤੇ ਹੁੰਦਾ। ਇਹਨਾਂ ਨੇ ਤਾਂ ਕਹਿੰਦੇ ਫਾਈਲਾਂ ਹੀ ਗੁੰਮ ਕਰਦੀਆਂ ਦਫ਼ਤਰਾਂ ਦੇ ਵਿੱਚੋਂ। ਉਹੀ ਗੱਲ ਹੈ, ਇਹੀ ਚੀਜ਼ਾਂ ਜਿਹੜੀ ਇਹਦੇ ਵਿੱਚ ਤਾਂ ਇਹ ਬੰਦੇ ਜੇ ਸਹੀ ਜਾਂਚ ਹੋ ਕੇ ਸਾਹਮਣੇ ਆ ਜਾਵੇ ਕਦੇ ਵੀ ਬਾਹਰ ਨਹੀਂ ਆ ਸਕਦੇ। 400 ਵੀ ਇਕੱਲੀ ਉਹ ਨਹੀਂ ਨਾ ਹੁੰਦੀ, ਜਦੋਂ ਪ੍ਰੂਵ ਹੋ ਜਾਂਦੀ ਇਹਦੇ ਵਿੱਚ ਐਵੀਡੈਂਸ ਬਹੁਤ ਵੱਡੀ ਹੁੰਦੀ ਹੈ। ਤੇ ਬਾਕੀ ਇਹਦੇ ਬਾਰੇ ਮੈਂ ਕਹਿੰਦਾ ਹਾਂ ਵੀ ਕਰਪਸ਼ਨ ਤਾਂ ਅਸੀਂ ਮੰਨ ਲਈ ਹੈ ਵੀ ਹਰ ਪਾਰਟ ਸਾਡਾ ਕਰਪਟ ਹੈ, ਸਮਾਜ ਸਾਡਾ ਆਪਣਾ ਕਰਪਟ ਹੈ, ਸਮਾਜ ਦੇ ਵਿੱਚੋਂ ਪੈਦਾ ਹੋਏ ਲੋਕ ਹੈ। ਕਰਪਸ਼ਨ ਦੇ ਨਾਂ ਤੇ ਤਾਂ ਕਿਸੇ ਨੂੰ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਮਤਲਬ ਜਿਹੜੇ ਫੜ ਰਹੇ ਉਹ ਕੌਣ ਹੈ, ਪੋਲੀਟੀਕਲ ਸਿਸਟਮ ਕੀ ਹੈ, ਪੁਲਿਸ ਸਿਸਟਮ ਕੀ ਹੈ, ਬਿਊਰੋਕਰੇਟਸ ਕੀ ਹੈ, ਹਰ ਇੱਕ ਬੰਦਾ ਕਰਪਟ ਹੈ। ਕਰਪਸ਼ਨ ਦੇ ਖਿਲਾਫ ਮੁਹਿੰਮ ਚੱਲ ਰਹੀ ਬੜੀ ਅਜੀਬ ਗੱਲ ਹੈਗੀ। ਜਦੋਂ ਜ਼ਿਆਦਾ ਤੌਬੇ ਬਾਕੀ ਸਾਰੇ ਇਮਾਨਦਾਰ ਹੋਈਏ, ਆਹ ਸਰਕਾਰ ਨਵੀਂ ਕੀ ਕਰੀ ਜਾਂਦੀ ਹੈ, ਪੁਰਾਣੀਆਂ ਨੇ ਕੀ ਕੀਤਾ ਤੇ ਕਰਦੇ ਇਹ ਕਰਪਸ਼ਨ ਸ਼ੇਰ ਦੀ ਵਾਰੀ ਉਹ ਕਰਦੇ ਜਿਹੜਾ ਮਤਲਬ ਉਹ ਸ਼ੇਰ ਦੀ ਦਾ ਜਿਹੜੇ ਤੇ ਚੜਿਆ ਉਹਨੇ ਖਾਦਾ ਹੈ। ਸੋ ਇਹਨਾਂ ਦੇ ਜਿਹੜੇ ਵੱਖਰੇ ਜਿਹੜੇ ਹੈਗੇ ਆ ਕ੍ਰਾਈਮ ਆ ਉਹ ਹੈ ਕਤਲਾਂ ਦੇ ਵਿੱਚ ਇਨਵੋਲਵ ਹੈ। ਠੀਕ ਹੈ, ਜਿਹੜਾ ਆਸ਼ੂ ਇਹਦੇ ਬਾਰੇ ਬਹੁਤ ਵਾਰੀ ਚੀਕਾਂ ਮਾਰ ਕੇ ਮੈਂ ਪਿਛਲੇ 3 ਸਾਲਾਂ ਤੋਂ ਫਾਈਲਾਂ ਲੈ ਕੇ ਫਿਰਿਆ ਕਰਦਾ। ਕੱਲ ਵੀ ਜੱਜ ਸਾਹਿਬ ਨੂੰ ਕਿਹਾ ਸੀਗਾ ਵੀ ਪ੍ਰੋਸੀਜਰ ਤੁਹਾਡੇ ਲਾਓ ਨਹੀਂ ਕਰਦੇ। ਠੀਕ ਹੈ, ਪ੍ਰੋਸੀਜਰ ਤੁਸੀਂ ਇਹਨਾਂ ਵਾਸਤੇ ਬਣਾਏ ਹੋਏ ਆ ਵੀ ਨਾ ਚੱਕੋ ਮੇਰੇ ਕੋਲ ਸਮਾਨ ਤੇ ਕਰੋ ਟ੍ਰਾਇਲ ਕੇਸ, ਇਹ 'ਚ ਸਾਰੀ ਐਵੀਡੈਂਸ ਪਈ ਹੈ, ਸਾਰੇ ਕੇਸ ਦਰਜ ਹੋਏ ਵੀ ਹੈ, ਚਲਾਨ ਹੀ ਨਹੀਂ ਹੋਇਆ ਕਿਉਂਕਿ ਪ੍ਰੋਸੀਜਰ ਨਹੀਂ ਹੁੰਦਾ, ਪ੍ਰੋਸੀਜਰ ਦੇ ਮੁਤਾਬਕ ਆਉਂਦੇ ਆ। ਸਾਰਾ ਸਿਸਟਮ ਜਿਹੜਾ ਇਹਨਾਂ ਨੇ ਇਸ ਹਿਸਾਬ ਨਾਲ ਬਣਾ ਲਿਆ ਕਿ ਜਿਹਨੂੰ ਬੈਨੀਫਿਟ ਜਿਹੜਾ ਹੈਗਾ ਬੈਨੀਫਿਟ ਦੇਣਾ ਉਹਦੇ ਮੁਤਾਬਕ ਪੂਰੀ ਜਿਹੜੀ ਅਗਲੀ ਕਾਰਵਾਈ ਉਹ ਕਰਵਾ ਲਓ। ਅਦਰਵਾਈਜ਼ ਜਿਹੜਾ ਹੈਗਾ ਜੇ ਕਿਸੇ ਨੂੰ ਨਹੀਂ ਦੇਣਾ ਲੰਬੀਆਂ ਡੇਟਾ ਪਾਓ। ਸਾਡੇ ਵਰਗੇ ਨੇ ਕਿ ਸਾਡੇ 7-7 ਮਹੀਨੇ ਜਿਹੜਾ ਮੈਂ ਆਪਣਾ ਇੱਕ ਡੀਐਸਪੀ ਨੌਕਰੀ ਕਰ ਰਿਹਾ ਬੰਦਾ ਇੱਕ ਦਿਨ ਡਿਸਮਿਸ ਕਰਦਾ ਹੈ ਸਿਸਟਮ ਨੂੰ ਤੇ ਉਹ ਆਪਣੀ ਅਪੀਲ ਵਾਸਤੇ ਜਾਂਦਾ ਜਿਹਦਾ ਸਮਾਜ ਵਿੱਚ ਕਿਤੇ ਨਾਮ ਹੋਊਗਾ, ਕੋਈ ਫੈਮਿਲੀ ਹੋਊਗੀ, ਕੁਝ ਹੋਰ ਹੋਊਗਾ, ਉਹਨੂੰ ਇੱਕਦਮ ਖਤਮ ਕਰਕੇ ਤੁਸੀਂ ਛੱਡ ਦਿੰਦੇ ਹੋ। ਫਿਰ ਉਹ ਹਾਈ ਕੋਰਟ ਕੋਲ ਜੇ ਜਾਂਦਾ ਹੈ, ਹਾਈ ਕੋਰਟ 7 ਮਹੀਨੇ ਦੀ ਡੇਟ ਪਾਉਂਦੀ ਹੈ, 5 ਮਹੀਨੇ ਦੀ ਡੇਟ ਪਾਉਂਦੀ ਹੈ। ਆਹ ਤਾਂ ਲੋਕ ਨੇ ਇਸ ਕਰਕੇ ਤਾਤ ਵੀ ਨਹੀਂ ਹੁੰਦੀ ਹੈ ਵੀ ਇਹਨਾਂ ਲੋਕਾਂ ਬਾਹੂਬਲੀਆਂ ਦੀ ਕਿਵੇਂ ਮਿੰਟੋ ਮਿੰਟੀ ਗੱਲਾਂ ਲੱਗਦੀਆਂ। ਉਹਦੀ ਵੇਖ ਲਾ ਜੀ 5-10 ਦਿਨਾਂ ਦੀ ਹਾਈ ਕੋਰਟ ਵੀ ਚੱਲ ਰਹੀ, ਕੋਈ ਗੱਲ ਨਹੀਂ, ਅਸੀਂ ਤਾਂ ਬੈਠੇ ਹੀ ਹਾਂ। ਇੰਨੀ ਇਹਨਾਂ ਦੀ ਹਿੰਮਤ ਨਹੀਂ ਹੈਗੀ, ਕੀਤੀ ਕੁਝ ਵਕੀਲਾਂ ਨੇ ਮੇਰੇ ਖਿਲਾਫ ਡੈਟੋਡ ਤੇ ਮੈਂ ਬੜੀ ਵਾਰੀ ਕਹਿ ਚੁੱਕਿਆ, ਅੱਜ ਵੀ ਕਹਿੰਦਾ ਵੀ ਤੂੰ ਬੁਲਾਓ ਕਿਤੇ ਪੈਣੀ ਕਰ ਲੈਣ ਪਨਿਸ਼ਮੈਂਟ ਜਿਹੜੀ ਦੇਣੀ ਹੈ। ਬੋਲਦਾ ਮੈਂ ਸੱਚ ਨੂੰ ਭੇਜਣਾ ਜਿਹੜੀ ਜੇਲ੍ਹ ਭੇਜਣਾ ਤੇ ਨਹੀਂ ਤਾਂ ਮੈਂ ਆ ਕੇ ਬੋਲੂੰਗਾ ਉਹਦੇ ਭੇਜਣਾ, ਕੋਈ ਦਿੱਕਤ ਨਹੀਂ, ਆਉਣਾ ਸਮਝ ਜਾਂਦੀ ਹੈ। ਜਿਹੜੀ ਤੁਸੀਂ ਇੱਕ ਮੈਂ ਤੁਹਾਡੀ ਵੀਡੀਓ ਸੁਣ ਰਿਹਾ ਸੀ, ਤੁਸੀਂ ਕਹਿੰਦੇ ਇਹਨਾਂ ਨੇ ਜਿਹੜੀ ਫਾਈਲਾਂ ਗੁੰਮ ਹੋਈਆਂ ਤੁਹਾਡੇ ਕੋਲ ਉਹਦੀ ਕਾਪੀ ਪਈ ਆ, ਕਿ ਉਹ ਕੋਰਟ ਦੇ ਵਿੱਚ ਮੰਨੀ ਜਾ ਸਕਦੀ ਹੈ ਜੀ? ਬਿਲਕੁਲ ਮੰਨੀ ਜਾ ਸਕਦੀ ਹੈ। ਉਹ ਫਾਈਲਾਂ ਗੁੰਮ ਹੋਈਆਂ ਇਹ ਹੋਰ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਇਹ ਜਿਹੜਾ ਹੁਣ ਆਸ਼ੂ ਨਾਲ ਕੰਸਰਨ ਫੂਡ ਸਪਲਾਈ ਡਿਪਾਰਟਮੈਂਟ ਦੀਆਂ ਫਾਈਲਾਂ ਦੀ ਗੱਲ ਜਿਹੜੀ ਮੇਰੇ ਕੋਲ ਫਾਈਲ ਹੈ ਉਹ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਜਿਹੜੀ ਮੈਂ ਇਨਕੁਆਇਰੀ ਕੀਤੀ ਸੀ, ਬਾਕੀ ਮੇਰੇ ਕੋਲ 2 ਹੀ ਫਾਈਲ ਹੋਊਗੀ ਨਾ। ਜੱਜੀ ਦਾ ਮੈਂ ਮਤਲਬ ਇਨਵੈਸਟੀਗੇਸ਼ਨ ਅਫੀਸਰ ਆ ਸੀਗਾ, ਉਹਦੀ ਆਫਿਸ ਕਾਪੀ ਹੁਣ ਤੱਕ ਮੇਰੇ ਕੋਲ ਹੈਗੀ ਹੈ। ਅਦਰਵਾਈਜ਼ ਇਹ ਫਾਈਲ ਜਿਹਦੇ ਕਰਕੇ ਤੁਹਾਨੂੰ ਫੋਨ ਤੇ ਧਮਕਾਇਆ। ਹਾਂ ਉਹ ਸਾਰਾ ਡਿਫਰੈਂਟ ਮੈਟਰ ਹੈ। ਉਹ ਆਸ਼ੂ ਦਾ ਕੰਸਰਨ ਮੈਟਰ ਇਵੇਂ ਨਹੀਂ ਹੈਗਾ ਅੱਜ ਦੀ ਜਿਹੜਾ ਪਰਚਾ ਦਰਜ ਹੋਇਆ ਜਾਂ ਜੋ ਚੱਲ ਰਿਹਾ ਇਹਦੇ ਨਾਲ ਉਹਦਾ ਕੋਈ ਕੰਸਰਨ ਨਹੀਂ। ਅਦਰਵਾਈਜ਼ ਕ੍ਰਾਈਮ ਉਹ ਵੀ ਹੈਗਾ, ਉਹਦੇ ਵਿੱਚ ਵੀ ਇਹ ਮਤਲਬ ਦੋਸ਼ੀ ਦੇ ਤੌਰ ਤੇ ਮਤਲਬ ਲਿਖਿਆ ਹੋਇਆ ਤੇ ਆਈਐਸ ਅਫਸਰ ਉਹਦੇ ਵਿੱਚ ਹੈ, ਮੰਤਰੀ ਹੈਗਾ, ਉਹ ਇੱਕ ਅਲੱਗ ਪਾਰਟ ਹੈ। ਪਰ ਚੀਜ਼ ਉਹੀ ਹੈ ਕਿ ਫਾਈਲਾਂ ਜਦੋਂ ਹੋ ਗਈ ਤਾਂ ਫਾਈਲਾਂ ਗੁੰਮ ਕਰਦੇ ਹੋ, ਇਹਦੀਆਂ ਫਾਈਲਾਂ ਵੀ ਵਿਜੀਲੈਂਸ ਵਾਲੇ ਨੂੰ ਲੱਭਦੀ ਰਹੀਆਂ। ਔਰ ਉਹਦੀ ਗੱਲ ਦੱਸਦੇ ਆ ਫਾਈਲਾਂ ਦੀ ਲੱਭਣੀਆਂ ਹੋਣ ਤਾਂ ਫਾਈਲਾਂ ਲੱਭਦੀਆਂ, ਫਾਈਲਾਂ ਜਦੋਂ ਗੁੰਮ ਹੁੰਦੀਆਂ ਉਹ ਫਾਈਲਾਂ ਗੁੰਮ ਕੀਤੀਆਂ ਹੀ ਜਾਂਦੀਆਂ, ਫਾਈਲਾਂ ਨਸ਼ਟ ਨਹੀਂ ਹੁੰਦੀਆਂ, ਗੁੰਮ ਹੁੰਦੀਆਂ, ਲੋੜ ਪੈਂਦੇ ਲੱਭ ਜਾਂਦੀਆਂ, ਜਦੋਂ ਨਹੀਂ ਲੋੜਦੇ ਗੁੰਮ ਹੋ ਜਾਂਦੀਆਂ, ਕਿਉਂਕਿ ਕਿਸੇ ਤੇ ਡਾਇਰੈਕਟਲੀ ਜ਼ਿੰਮੇਵਾਰੀ ਕੋਈ ਨਹੀਂ। ਫਾਈਲ ਗੁੰਮ ਹੋਈ ਹੋਵੇ ਜਿਹੜਾ ਜ਼ਿੰਮੇਵਾਰ ਹੈਗਾ ਉਹਦੇ ਗਲਤ ਰਸਤਾ ਪਾ ਕੇ ਟੰਗੋ ਖਾਂਗੇ ਮੈਂ ਫਾਈਲ 1 ਮਿੰਟ ਚ ਨਹੀਂ ਆਊਗੀ। ਹੁਣ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਆਉਂਦਾ ਕੋਈ ਜਾਣਾ ਤੇ ਉਹਨੂੰ ਪਤਾ ਹੈ ਕਿ ਮਤਲਬ ਉਹ ਜਿਹੜੇ ਉਹ ਕੁਐਸਚਨ ਕੀਤੇ ਜਾਣਗੇ, ਮੇਰਾ ਆਪਣਾ ਬੰਦਾ ਜੇ ਸਾਹਮਣੇ ਆਊਗਾ ਪੁੱਛੂਗਾ ਵੀ ਆਹ ਨਾ ਦੱਸ ਇਹ ਕੀ ਹੈ, ਕਿੱਥੋਂ ਲਗਾਇਆ ਸੀ, ਹੁਣ ਤਾਂ ਪਤਾ ਨਾ ਜੋ ਕੁਝ ਚੱਲਿਆ ਸੀ ਉੱਥੇ। ਉਹ ਜਵਾਬ ਦੇਣ ਵਾਸਤੇ ਹਿੰਮਤ ਨਹੀਂ ਹੈਗੀ। ਲੋਕ ਕਹਿੰਦੇ ਬੜਾ ਹੈ ਸੱਚਾ ਸੁੱਚਾ ਹੈਗਾ ਤੇ ਉਸ ਤੋਂ ਤਾਂ ਥੱਲੇ ਦਾ ਬੰਦਾ ਹੀ ਕੋਈ ਨਹੀਂ ਪੋਲੀਟੀਕਲ ਦੇ ਸਿਸਟਮ ਦੇ ਵਿੱਚ। ਜੀ ਹਾਂਜੀ, ਮੈਂ ਉਹੀ ਕਹਿ ਰਿਹਾ ਸੀ ਨਾ, ਜਿਵੇਂ ਪਿਛਲੀ ਟਰਮ 'ਚ ਜਦੋਂ ਕੈਪਟਨ ਨੂੰ ਹਟਾਇਆ ਤਾਂ ਲੋਕੀ ਇੱਕ ਬਹੁਤ ਵੱਡੀ ਉਮੀਦ ਵਜੋਂ ਵੇਖ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ,
ਪਰ ਹੁਣ ਜਿਵੇਂ ਉਹਨਾਂ ਨੂੰ ਸਮਣੀ ਹੋਈ ਆ ਤਾਂ ਉਹ ਇਨਕਾਰ ਕਰ ਰਹੇ ਇੱਕ ਤਰੀਕੇ ਨਾਲ ਸਿੱਧੇ ਤੌਰ ਤੇ। ਮੈਂ ਇਹ ਜਾਣਨਾ ਚਾਹੁੰਦਾ ਕਿ ਜਿਹੜਾ ਆਸ਼ੂ ਵਾਲਾ ਕੇਸ ਸੀਗਾ, ਜਿਹੜਾ ਤੁਹਾਡੇ ਵਾਲਾ ਜਿਹਦੀ ਤੁਸੀਂ ਇਨਕੁਆਇਰੀ ਕੀਤੀ ਸੀ, ਉਹ ਤਾਂ ਨਵਜੋਤ ਸਿੱਧੂ ਦੇ ਉਦੋਂ ਡਿਪਾਰਟਮੈਂਟ ਦੇ ਅੰਡਰ ਆਉਂਦੇ ਸੀ, ਪਰ ਹੁਣ ਜਿਹੜੇ ਇਹ ਅਲੱਗ ਕੇਸ ਆ, ਹੁਣ ਨਵਜੋਤ ਸਿੱਧੂ ਨੂੰ ਸਮਣੀ ਕਿਉਂ ਹੋ ਰਹੀ ਹੈ ਵੀ ਗਵਾਹੀ? ਨਵਜੋਤ ਸਿੱਧੂ ਨੂੰ ਸਮਣੀ ਡਿਫਰੈਂਟ ਕੇਸ ਆ, ਮੇਰੇ ਵਾਲੇ ਕੇਸ ਹੋ ਰਹੀ ਹੈ, ਮੈਂ ਕਢਵਾ ਰਿਹਾ ਜੀ। ਮੈਂ ਜਿਹੜਾ ਪ੍ਰਿੰਸੀਪਲ ਸੈਕਟਰੀ ਹੈਗਾ ਮੈਨੂੰ ਪ੍ਰਸ਼ਾਦ, ਉਹਦੀ ਗੱਲ ਚ ਰੱਸੀ ਪਾ ਕੇ ਘੜੀਸ ਕੇ ਲਿਆਂਦੇ ਆਉਂਦੇ ਨਹੀਂ ਸੀਗੇ, ਉਹੀ ਰੱਸੀ ਹੁਣ ਇਹਦੇ ਗੱਲ ਚ ਪਾਈ ਹੈ, ਘੜੀਸ ਕੇ ਲਿਆਉਣੇ ਪੈਣਗੇ, ਕਿਉਂਕਿ ਫਾਈਲਾਂ ਜਿਹੜੀਆਂ ਗਵਰਨਮੈਂਟ ਨੇ ਕੀਤੀਆਂ ਉਹਦੀ ਕੋਈ ਰਿਟਰਨਿੰਗ ਦਾ ਫਿਕਸ ਕਿਸੇ ਨੇ ਕਰਨੀ ਸੀ ਨਾ। ਇਹਦਾ ਆਸ਼ੂ ਦੇ ਕੇਸ ਨਾਲ ਕੰਸਰਨ ਨਹੀਂ, ਬੱਚੇ ਤੁਹਾਨੂੰ ਸਪਸ਼ਟ ਕਰਦੇ ਆ, ਇਹ ਡਿਫਰੈਂਟ ਕੇਸ ਹੈਗਾ, ਪਰ ਇਹ ਇੰਨਾ ਹਲਕਾ ਬੰਦਾ ਕਿ ਆਪਣਾ ਹੋਰ ਜਲੂਸ ਕਢਵਾ ਰਿਹਾ ਹੈ, ਨਹੀਂ ਤਾਂ ਚੁੱਪ ਕਰਕੇ ਆ ਕੇ ਦੱਸ ਦਿੰਦਾ। ਮੈਨੂੰ ਵੀ ਪਤਾ ਕਿ ਫਾਈਲ ਕਾਫੀ ਉਮੀਦ ਹੈ ਕਿ ਫਾਈਲ ਇਹਨੇ ਦੇ ਦਿੱਤੀ ਹੋਣੀ ਕਿਤੇ, ਮੈਂ ਵੀ ਬੇਸਿਕਲੀ ਜਾਣਦਾ ਇਹਦੀ ਫਾਈਲ ਗੁੰਮ ਕਰਕੇ ਕੀ ਲੈਣੀ ਸੀ, ਬੇਟਾ ਜ਼ਰੂਰ ਇਹਨੂੰ ਤਾਂ ਮੰਤਰੀ ਤੋਂ ਬਦਲ ਦਿੱਤਾ, ਪਰ ਰਹਿ ਗਈ ਗਿਆ ਲੌਜਿਕ ਫਾਈਲ ਗੁੰਮ ਕਰਨ ਦਾ। ਮੇਰਾ ਖਿਆਲ ਹੈ ਅਫਸਰਾਂ ਨੇ ਮਤਲਬ ਇਹਦੀ ਗੈਰ ਹਾਜ਼ਰੀ ਦੇ ਵਿੱਚ ਇਹਦੀ ਚੁੱਪ ਰਹਿਣ ਦੀ ਜਿਹੜੀ ਹੈਗੀ ਹੈ ਉਹਦਾ ਫਾਇਦਾ ਉਠਾ ਕੇ ਇਹਦੇ ਖਾਤੇ ਪਾਤੀ, ਇਹਨੇ ਕਦੇ ਬੋਲਿਆ ਹੀ ਨਹੀਂ। ਇਹਨਾਂ ਨੂੰ ਸੀ ਵੀ ਕਿਹੜਾ ਕਦੇ ਕਿਸੇ ਨੇ ਪੁੱਛਣਾ ਨਾ, ਉਹਨਾਂ ਨੂੰ ਅਫਸਰਾਂ ਨੂੰ ਪਤਾ ਸੀਗਾ ਵੀ ਕਿਤੇ ਜਾ ਕੇ ਅਦਾਲਤਾਂ ਜਵਾਬ ਦੇਣੇ ਪੈਣਗੇ, ਤਾਂ ਹੁਣ ਫਸੇ। ਮੈਨੂੰ ਵੱਡੀ ਉਮੀਦ ਹੈ ਕਿ ਫਾਈਲ ਜਿਹੜੀ ਹੈਗੀ ਅਫਸਰਾਂ ਦੇ ਖਾਤੇ 'ਚ ਹੀ ਆਉਣੀ ਹੈ, ਪਰ ਨਵਜੋਤ ਸਿੰਘ ਨੂੰ ਕਹਿਣਾ ਪੈਣਾ ਆ ਕੇ ਨਹੀਂ ਕਹੂਗਾ ਤਾਂ ਉਹਦੇ ਕੋਲ ਹੈ, ਕਿਉਂਕਿ ਡੀਲ ਤਾਂ ਉਹਦੇ ਕੋਲ ਪਹੁੰਚਦੀ ਹੈ, ਸਾਰੀ ਰਿਸੀਵਿੰਗ ਹੈ, ਹਰ ਚੀਜ਼ ਹੈ, ਉਹਦੇ ਖਾਤੇ 'ਚ ਹੈਗੀ ਹੈ। ਉਹਨੂੰ ਦੱਸਣੇ ਪਊਗਾ ਜੇ ਮੇਰੇ ਘਰ ਕੋਈ ਚੀਜ਼ ਲਾਲਚ ਪਈ ਹੈ ਤੇ ਜਿਹੜੀ ਲਾਲਚ ਤਾਂ ਜ਼ਿੰਮੇਵਾਰ ਤਾਂ ਮੈਂ ਹੈਗਾ, ਉਸ ਕਰਕੇ ਉਹ ਦੱਸੇ ਕਿਹਦੇ ਕੋਲ ਆਈ ਹੈ। ਮੁੜ ਕੇ ਇਹੀ ਦੁਬਾਰਾ ਜਿਹੜਾ ਅਫਸਰ ਰਿਪੋਰਟ ਦੇ ਕੇ ਗਿਆ ਅੱਧੀ ਗਵਾਹੀ ਕੀਤੀ ਹੋਈ ਹੈ, ਡੈਫਰ ਕੀਤੀ ਹੋਈ, ਸਾਨੂੰ ਪਤਾ ਸੀ ਨਵਜੋਤ ਸਿੰਘ ਸਿੱਧੂ ਜੋ ਆ ਕੇ ਨਾਮ ਲਊਗਾ ਉਹ ਫਿਰ ਦੁਬਾਰਾ ਬੁਲਾਵਾਂਗੇ। ਸੋ ਇਹ ਜੋ ਰਿਕਾਰਡ ਆ ਰਿਹਾ ਟੇਬਲ ਤੇ ਕੋਰਟਾਂ ਦੀ ਤੇ ਇਹ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀਆਂ ਨੌਕਰੀਆਂ ਵਾਸਤੇ, ਇਹਨਾਂ ਦੇ ਪੋਲੀਟੀਕਲ ਸਿਸਟਮ ਵਾਸਤੇ ਇਹਨਾਂ ਦੇ ਗੱਲ ਚ ਫਾਂਸੀ ਦਾ ਫੰਦਾ ਸਾਬਤ ਹੋਊਗਾ। ਇਹ ਸਾਰੇ ਨੂੰ ਯਾਦ ਰੱਖਣਗੇ ਕਿ ਜਿਹੜੇ ਗਲਤੀ ਕੀਤੀ ਸੀ ਤਾਂ ਉਹਨੂੰ ਕਿਤੇ ਪਹੁੰਚਣਾ ਵੀ ਪੈਂਦਾ। ਹਰ ਜਿਹੜੀਆਂ ਚੀਜ਼ਾਂ ਆਈਆਂ ਉਹ ਨਹੀਂ ਚਲੀਆਂ ਜਾਂਦੀਆਂ, ਜਦੋਂ ਕੁਝ ਲੋਕ ਪੈਰਵਾਈ ਕਰਨ ਵਾਸਤੇ ਜਿਉਂ ਜਾਂਦੇ ਹੁੰਦੇ ਆ ਉਹ ਫਿਰ ਆਪਣੇ ਗੱਲ ਨੂੰ ਅੰਜਾਮ ਤੱਕ ਲੈ ਕੇ ਜਾਂਦੇ। ਜਿਹੜੀ ਮੈਂ ਫਿਰ ਉਹ ਫੋਨ ਕਾਲ ਦੀ ਗੱਲ ਕਰਾਂਗਾ, ਉਹਦੇ ਵਿੱਚ ਆਸ਼ੂ ਸਿੱਧੇ ਤੌਰ ਤੇ ਜੋ ਤੁਹਾਡੇ ਨਾਲ ਗੱਲਬਾਤ ਕਰਦੇ ਕਹਿ ਰਿਹਾ ਸੀਗਾ ਕਿ 13 ਮੰਤਰੀ, ਉਹਨਾਂ ਦਾ ਇਸ਼ਾਰਾ ਸੀਗਾ ਨਵਜੋਤ ਸਿੰਘ ਸਿੱਧੂ ਵੱਲ ਤੇ ਇੱਕ ਸ਼ਾਇਦ ਕੋਈ ਬਿੰਨੀ ਜਾਂ ਬੋਨੀ ਨਾਮ ਲਿਆ ਸੀ ਵਿੱਚ, ਵੀ ਇਹਦਾ ਮਤਲਬ ਆਸ਼ੂ ਇਹ ਕਹਿ ਰਿਹਾ ਸੀਗਾ ਕਿ ਨਵਜੋਤ ਸਿੱਧੂ ਕਰਵਾ ਰਿਹਾ ਮੇਰੇ ਖਿਲਾਫ, ਤੇ ਹੁਣ ਨਵਜੋਤ ਸਿੱਧੂ ਨੂੰ ਕੀ ਜੇਫਾ ਸੇਵਕਾਂ ਦੀ ਹੁੰਦੀ ਜੀ, ਮਤਲਬ ਗਿਰੇ ਹੋਏ ਲੋਕ ਹੈ। ਇਸ ਸਭ ਦੇ ਬਾਵਜੂਦ ਜਦੋਂ ਇਹ ਪ੍ਰਧਾਨ ਬਣਿਆ ਸਭ ਤੋਂ ਪਹਿਲੇ ਦਿਨਾਂ ਵਿੱਚ ਆਸ਼ੂ ਦੇ ਘਰੇ ਆ ਕੇ ਜੱਫੀ ਪਾਈਆਂ, ਇਹ ਉਹੀ ਬੰਦਾ ਜਿਹੜਾ ਕਹਿੰਦਾ ਸੀ ਮੰਤਰੀ ਸਭ ਨੂੰ ਟੰਗ ਦੂਗਾ ਜਦੋਂ ਇਨਕੁਆਰੀ ਸ਼ੁਰੂ ਹੋਈ ਹੈ। ਜੀ ਜੀ ਪਤਾ ਬੇਸਿਕ ਕਰੈਕਟਰ ਥੋੜੇ ਲੋਕ ਸਾਡੇ ਦਾ ਅਸੀਂ ਤਾਂ ਮੈਂ ਕਹਿੰਦਾ ਪੰਜਾਬੀਆਂ ਦਾ ਹਾਲ ਇਹਨਾਂ ਸਾਡਾ ਮਾੜਾ ਹੋ ਗਿਆ। ਅਜੇ ਵੀ ਵੇਖਦੇ ਵੀ ਲੋਕ ਵੇਖਦੇ ਵੀ ਇਸ ਬੰਦੇ ਨੇ ਬੀਜੇਪੀ 'ਚ ਰਹਿੰਦੇ ਆ, ਕਾਂਗਰਸ ਦਾ ਕੀ ਜਲੂਸ ਕੱਢਿਆ, ਕਾਂਗਰਸ ਤੋਂ ਰਹਿ ਕੇ ਬੀਜੇਪੀ ਦਾ ਕੀ ਜਲੂਸ ਕੱਢਿਆ, ਕਾਂਗਰਸ ਨੂੰ ਖਤਮ ਹੀ ਕਰ ਦਿੱਤਾ। ਜੋ ਝੂਠ ਤੂਫਾਨ 24 ਘੰਟੇ ਮਾਰਦਾ ਹੈ, ਜੋ ਇਹ ਮੰਤਰਾਂ ਦੇ ਮਗਰ ਤੇ ਜੋ ਮਤਲਬ ਸਿੱਖ ਪੱਗ ਬੰਨ ਕੇ ਜਿਹੜੇ ਇਹ ਮਤਲਬ ਜੋ ਕਰਤੂਤਾ ਕਰਦਾ, ਮੇਰਾ ਵਿਸ਼ਾ ਨਹੀਂ ਹੈਗਾ, ਠੀਕ ਹੈ। ਕੋਈ ਇਹ ਸਾਡੇ ਸਿਸਟਮ ਵਿੱਚ ਸਾਡੇ ਪੰਜਾਬ ਸਾਡੇ ਸਿੱਖ ਵਿੱਚ ਅਲਾਉਡ ਹੈ, ਠੀਕ ਹੈ। ਸਾਰੀਆਂ ਬਾਹਾਂ ਖੰਮੀਆਂ ਭਰੀਆਂ ਦੇ ਟਿੱਕੇ ਲੱਗੇ ਹੋਏ, ਇਹਨਾਂ ਨੂੰ ਕੋਈ ਪੁੱਛਣਾ ਨਹੀਂ। ਸਾਡੇ ਵਰਗਾ ਬੰਦਾ ਕੋਈ ਧਰਮ ਦੇ ਸੰਬੰਧ ਮੂੰਹ ਤੋਂ ਗੱਲ ਸਿਲੈਕਟ ਵੀ ਹੋ ਜੇ, ਉਹਦੇ ਜਥੇਬੰਦੀਆਂ ਕਰਨ ਖੜੇ ਹੋ ਜਾਂਦੇ ਵੀ ਹਾਂਜੀ ਤੇ ਇਹ ਜਿਹੜੇ ਹੈਗੇ ਜੋ ਮਰਜ਼ੀ ਕਰੀ ਜਾਣ, ਪੁੱਛਣਾ ਕੁਛ ਨਹੀਂ। ਕਿਤੇ ਕਿਵੇਂ ਕਰਦੇ ਹੱਥ ਮਾਰ ਕੇ ਵਨ ਸਾਈਡਡ ਲੀਡਰ ਬਣਾਇਆ ਹੋਇਆ ਸੀਗਾ, ਕਿਤੇ ਕਿਤੋਂ ਕੈਸ਼ ਨਹੀਂ ਹੋਇਆ। ਇਹ ਇੱਕ ਵਾਰੀ ਠੱਗੀ ਲੱਗ ਸਕਦੀ ਸੀ, ਇਹ ਬਣ ਸਕਦਾ ਸੀ ਸੀਐਮ ਜੇ ਆਪਣੀ ਕਿਸੇ ਗੱਲ ਤੇ ਖੜਦਾ, ਪਰ ਜੋ ਹੈ ਹੀ ਨਹੀਂ, ਨਾ ਕੋਈ ਗਰੁੱਪਿਜ਼ਮ ਇਹਨੂੰ ਬਣਾਉਣਾ ਆਉਂਦਾ, ਨਾ ਇਹਦਾ ਕੋਈ ਮਿੱਤਰ ਹੈ, ਠੀਕ ਹੈ। ਪੋਲੀਟੀਕਲ ਸਿਸਟਮ ਦੇ ਵਿੱਚ ਤਾਂ ਬੜਾ ਕੁਝ ਦੇਖ ਕੇ ਚੱਲਣਾ ਪੈਂਦਾ। ਇਹ ਵਨ ਸਾਈਡਡ ਮੈਨ ਹੈ, ਆਪਣੇ ਅੰਜਾਮ ਨੂੰ ਜਿੱਥੇ ਪਹੁੰਚਿਆ ਪੋਲੀਟੀਕਲ ਸਿਸਟਮ ਤੇ ਇਹਦੀ ਐਂਟਰੀ ਹੈ ਨਹੀਂ। ਤੇ ਉਹ ਮੇਰੇ ਖਿਆਲ ਉਹ ਵੀ ਖਵਾਲਿਆ ਜਿਹੜਾ ਸਲਾੜੀ ਦੁਕਾਨ ਤੋਂ ਸ਼ੁਰੂ ਦੀ ਬੰਦੀ ਹੈ, ਪੈਸੇ ਪੈਸੇ ਹੈ, ਪਰ ਆਰਾਮ ਨਾਲ ਚੁੱਪ ਕਰਕੇ ਠੇਕੇਦਾਰ ਕਰਨ ਜੀ ਜਿਹੜਾ ਡਰਾਮਾ ਇਹ ਕਰਦਾ ਵੀ ਬਹੁਤ ਵੱਡਾ ਭਗਤ ਹੈ ਮਾਤਾ ਦਾ, ਜਾਂ ਜੀ ਜੋ ਵੀ ਕਰਦਾ ਉਹ ਆਪਣੀ ਭਗਤੀ ਕਰੇ। ਇਹਦਾ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਕਹੀ ਹੈਗਾ, ਇਹਦੇ ਸਮੇਤ ਬੜੇ ਲੋਕਾਂ ਦਾ ਖਤਮ ਹੋਇਆ ਹੋਇਆ। ਆਉਣ ਵਾਲਾ ਸਮਾਂ ਦੱਸੂਗਾ। ਇੱਕ ਤੁਸੀਂ ਡਰੱਗ ਰੇਟ ਦੀ ਗੱਲ ਕਰਦੇ ਸੀ, ਜਿਹੜਾ ਜਿਹਦੇ ਵਿੱਚ ਤੁਸੀਂ ਦਾਖਾ ਦੇ ਜੋ ਚੋਣ ਲੜ ਕੇ ਸੰਦੀਪ ਸੰਧੂੜਾ ਦਾ ਨਾਮ ਲੈਂਦੇ ਸੀ, ਉਹਦੇ ਸਬੰਧ ਦੇ ਵਿੱਚ ਵੀ ਅਦਾਲਤ ਦੇ ਵਿੱਚ ਕੋਈ ਫਾਈਲ ਵਗੈਰਾ ਜਾਂ ਕੇਸ ਫਾਈਲ ਹੈ, ਜਾਂ ਇਹ ਸਿਰਫ ਮੀਡੀਆ ਤੱਕ ਹੀ ਹੈਗਾ ਜੋ ਆਪਾਂ ਗੱਲਬਾਤ ਚੱਲਦੀ? ਨਹੀਂ, ਉਹਦੇ ਵਿੱਚ ਦੇਖੋ ਮੈਂ ਇੱਕ ਚੀਜ਼ਾਂ ਐਵੀਡੈਂਸ ਤੇ ਚੱਕਰ ਤੇ ਬੋਲਦਾ ਕਿ ਮੈਨੂੰ ਪਤਾ ਕਿ ਐਵੀਡੈਂਸ ਪਿਆ ਹੈ ਮੇਰੇ ਕੋਲ, ਜਿਹੜਾ ਕਿੱਥੇ ਪਿਆ ਉੱਥੇ ਤਾਂ ਪਿਆ ਨਾ, ਵੇਖਿਆ ਤਾਂ ਸਾਡੀ ਹੈਗਾ ਨਾ, ਰਿਪੋਰਟਾਂ ਸਾਡੀਆਂ ਪੜ੍ਹੀਆਂ ਹੋਣੀਆਂ ਜਿਹੜੀਆਂ ਹਰਪ੍ਰੀਤ ਸਿੱਧੂ ਜਿਹੜਾ ਉਦੋਂ ਆਈਜੀ ਸੀ ਏਡੀਜੀਪੀ ਰਹੇ, ਏਡੀਜੀਪੀ ਵੇਲੇ ਦੀ ਬਣੀਆਂ, ਉਹਨਾਂ ਦੀ ਲਿਖੀ ਹੋਈਆਂ ਰਿਪੋਰਟਾਂ, ਉਹਨਾਂ ਦੀ ਰਿਪੋਰਟ ਹੀ ਕਿੱਥੇ ਹਾਈ ਕੋਰਟ ਦੇ ਬੰਦ ਲਿਫਾਫੇ ਵਿੱਚ ਪਈ ਹੈ। ਯਾਰ ਜਿਹੜੀ ਸੰਦੀਪ ਸੰਧੂ ਦੀ ਗੱਲ ਕਰਦੇ ਹੈ, ਸਾਰੇ ਦਾ ਸਾਰਾ ਗੁਰਦੀਪ ਰਾਣ ਵਾਲੇ ਕੇਸ ਦੇ ਵਿੱਚ ਡੈਰੋਗੇਸ਼ਨ ਚ ਨਾਮ ਇਸ ਤੋਂ ਇਲਾਵਾ ਹੋਰ ਬੜੇ ਬੜੇ ਆਏ ਨੇ। ਅੱਜ ਆਪਣੇ ਹੋਰ ਚਰਚਾ ਦਾ ਵਿਸ਼ਾ ਨਹੀਂ ਹੈ, ਪਰ ਜਿਹੜਾ ਹੁਣ 100 ਰਜਿਸਟਰੀਆਂ ਫੜੀਆਂ, ਜਿਹੜਾ ਮੰਤਰੀ ਕਿੱਥੇ ਵਾਲਾ ਜਿਹੜਾ ਬੰਦਾ ਅੱਛੀ ਆ ਸੰਧੂ ਉਹ ਪੈਸਾ ਇਹ ਡਰੱਗ ਮਨੀ ਸੀ, ਉਹ ਚੀਜ਼ਾਂ ਹੋਈਆਂ, ਉਹ ਪੈਸੇ ਖਪਾਇਆ ਗਿਆ। ਉਹ ਚੀਜ਼ ਨੂੰ ਜੇ ਫਰੋਡ ਲੈ ਜਾਵੇ ਤਾਂ ਕਈ ਚੀਜ਼ਾਂ ਦੇ ਨਾਮ ਆਉਣ ਵਾਲੇ ਸਮਝ ਆ ਰਹੇ ਆ। ਇਨਵੈਸਟੀਗੇਸ਼ਨ ਦਾ ਪਾਰਟ ਹੈ, ਮੈਂ ਨਾਮ ਲੈ ਕੇ ਕੁਝ ਚੀਜ਼ਾਂ ਦੱਸ ਨਹੀਂ ਸਕਦਾ, ਪਰ ਇਹ ਸੰਦੀਪ ਸੰਧੂ ਦਾ ਡਰੱਗ ਕਾਰਟਲ ਜਿਹੜਾ ਇਹਨੇ ਚਲਾਇਆ, ਸਾਡੇ ਜਿਹੜੇ ਮਤਲਬ ਗੈਂਗਸਟਰ ਨਾਮ ਦੇ ਕੇ ਸਾਡੇ ਬੱਚਿਆਂ ਨੂੰ ਉਹਨਾਂ ਨੇ ਰਾਹੇ ਪਾਇਆ ਹੋਇਆ, ਉਹਨੂੰ ਵਰਤਦੇ ਰਹੇ। ਅਕਾਲੀਆਂ ਤੋਂ ਸ਼ੁਰੂ ਹੋਏ ਆ, ਕਾਂਗਰਸੀਆਂ ਨੇ ਵੀ ਕੀਤਾ ਤੇ ਹੁਣ ਆਪ ਵਾਲਿਆਂ ਨੇ ਵੀ ਇਹ ਕੰਮ ਫੜਿਆ ਹੋਇਆ। ਇਹ ਪੂਰੇ ਦਾ ਪੂਰਾ ਦਾਖਾ ਹੈ ਇਹਦੇ ਵਿੱਚ, ਜਿਹੜਾ
ਜਿਹੜੇ ਮੁੰਡੇ ਉੱਤੇ ਤੱਪੇ ਜਾ ਕੇ ਐਨਕਾਊਂਟਰ ਕੀਤੇ ਇਹਨਾਂ ਨੇ, ਉਹਨਾਂ ਤੋਂ ਲਿਆ ਕੇ ਇਹ ਧੰਦਾ ਕਰਵਾ ਰਿਹਾ ਸੀ। ਉਹ ਇਨਸੀਡੈਂਟ ਹੋ ਗਿਆ, ਕੁਝ ਚੀਜ਼ਾਂ ਨਵੀਆਂ ਖੜੀਆਂ ਹੋ ਗਈਆਂ, ਉੱਥੇ ਜਾ ਕੇ ਉਹਨਾਂ ਨੇ ਐਨਕਾਊਂਟਰ ਕਰਨੇ ਪਏ, ਉਹ ਅਲੱਗ ਪਾਰਟ ਹੈ। ਪਰ ਉਹਦਾ ਡਰੱਗ ਵੇਚਣ ਦਾ ਧੰਦਾ ਜਿਹੜਾ ਦੀਪ ਸੰਧੂ ਦਾ, ਉਹ ਉਹਨਾਂ ਦੇ ਦੁਆਰਾ ਕਰਾਇਆ ਜਾ ਰਿਹਾ ਸੀ। ਔਰ ਹੁਣ ਬਾਕੀ ਵੀ ਜਿਹੜੇ ਗੈਂਗਸਟਰ ਵਗੈਰਾ ਉਹਨਾਂ ਨੇ ਬਣਾ ਕੇ ਬੱਚੇ ਬਤਾਏ ਹੋਏ ਆ, ਉਹ ਇਹੀ ਧੰਦਾ ਕਰਵਾ ਰਹੇ ਆ। ਹੁਣ ਵੀ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਜਿੰਨੇ ਵੱਡੇ ਬਣਾਤੇ ਇਹਨਾਂ ਨੇ, ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਤੇ ਹੋਰ ਨਾਮ, ਇਹ ਸਿਰਫ ਇਹਨਾਂ ਦੇ ਨਾਮ ਵੱਡੇ ਕਰਨ ਵਾਸਤੇ ਹੈ। ਇੱਕ ਤਾਂ ਬੱਕਰੇ ਜਿਹੜੇ ਧੌਣਾ ਲਾਉਣ ਵਾਸਤੇ ਤਿਆਰ ਕਰ ਲਏ, ਜਦੋਂ ਮਰਜ਼ੀ ਇਹਨਾਂ ਦੀ ਧੌਣਾ ਲਾ ਦੇਣਗੇ, ਉਹ ਵੀ ਵੱਡੇ ਕਰ ਲਏ। ਇਹਨਾਂ ਦੇ ਨਾਮਾਂ ਤੇ ਜੋ ਫਰੌਤੀਆਂ, ਜੋ ਇੱਕ ਬਹੁਤ ਵੱਡਾ ਵੱਖਰਾ ਨੈਕਸਸ ਹੈ ਸਿੱਧੂ ਮੂਸੇਵਾਲੇ ਦੀ ਕਤਲ ਨਾਲ। ਜੋ ਤਫਤੀਸ਼ ਨਹੀਂ ਜਾ ਰਹੀ ਹੈ, ਜੋ ਬੁਖਾਈ ਜਾ ਰਹੀ ਹੈ, ਇਹਦਾ ਨੇੜੇ ਦਾ ਨਿਗਾ ਵੀ ਨਹੀਂ। ਇਹ ਗੱਲ ਉਹਨਾਂ ਦੀ ਫੈਮਿਲੀ ਨੂੰ ਵੀ ਪਤਾ ਲੱਗ ਗਈ ਹੈ, ਮੇਰੇ ਘਰ ਵੀ ਹੁੰਦੀ ਹੈ, ਉਹਦੇ ਬਾਪ ਨੇ ਵੀ ਗੱਲ ਕੀਤੀ ਹੈ। ਆਉਣ ਵਾਲੇ ਸਮੇਂ 'ਚ ਬਹੁਤ ਚੀਜ਼ਾਂ ਸਾਹਮਣੇ ਆ ਸਕਦੀਆਂ, ਪਰ ਮੈਨੂੰ ਉਮੀਦ ਨਹੀਂ ਆਉਣਗੀਆਂ, ਕਿਉਂਕਿ ਇਹਦੇ ਪਿੱਛੇ ਬਹੁਤ ਵੱਡਾ ਜਿਹੜਾ ਹੈਗਾ ਨੈਕਸਸ ਬਹੁਤ ਵੱਡਾ ਹੈ। ਸਾਡੀ ਸੋਚ ਤੋਂ ਮੇਰੇ ਉੱਪਰ ਦੀ ਗੱਲ ਹੈ। ਫਿਰ ਵੀ ਇੰਨੀ ਵੀ ਅਸੀਂ ਗੱਲ ਕਰਨ ਦੀ ਮਤਲਬ ਜੇ ਸਾਨੂੰ ਆਜ਼ਾਦ ਹੈ, ਅੱਜ ਤੱਕ ਅਸੀਂ ਕਰਨ ਵਾਸਤੇ ਬੈਠੇ ਹਾਂ, ਇਹੀ ਪਰਮਾਤਮਾ ਦੀ ਮਿਹਰ ਹੈ ਕਿ ਇਹਦੀ ਕਦਰ ਸਿਰ ਕਰ ਦਿੰਦੇ। ਇੱਕ ਜਿਹੜਾ ਤੁਸੀਂ ਰਾਜਾ ਵੜਿੰਗ ਦੇ ਰਿਸ਼ਤੇਦਾਰ ਜਾਨੀ ਉਹਦੇ ਸਾਰੇ ਵੱਲੋਂ ਇੱਕ ਪਰਿਵਾਰ ਨੂੰ ਜੇ ਦੇਖਿਆ ਜਾਵੇ ਪੂਰੀ ਤਰ੍ਹਾਂ ਸੁਣਿਆ ਕਿ ਖਤਮ ਕਰ ਦਿੱਤਾ, ਉਸ ਪਰਿਵਾਰ ਦੇ ਨਾਲ ਤੁਹਾਡਾ ਕੋਈ ਉਸ ਤੋਂ ਬਾਅਦ ਰਾਬਤਾ ਹੋਇਆ? ਤੁਸੀਂ ਕਿਹਾ ਸੀ ਨਾ ਵੀ ਮੈਂ ਕਰਾਂਗੀ ਲੜਾਈ ਵੀ ਕਰਾਂਗੇ ਜੀ, ਰਾਬਤਾ ਕਰਾਂਗੇ। ਨਹੀਂ ਰਾਬਤਾ ਮੰਨ ਲਓ ਕਰਦੇ ਸੀ, ਜੇ ਨਹੀਂ ਉਹ ਬੰਦੇ ਵਿਚਾਰੇ ਇੰਨੇ ਡਰੇ ਹੋਏ ਹੋਣ ਜਾਂ ਕੁਛ ਹੋਰ ਹੋਣ, ਕਤਲਾਂ ਦੇ ਵਿੱਚ ਜਿਹੜੇ ਜਾਂਦੇ ਪਬਲਿਕ ਇੰਟਰਸਟ ਵਿੱਚ ਲੋਕਾਂ ਨੂੰ ਮਤਲਬ ਹੈਗੀ ਹੈ, ਮਤਲਬ ਕਾਨੂੰਨੀ ਫੈਸਿਲਿਟੀ ਚਾਹੀਦੀਆਂ ਅਸੀਂ ਕਰ ਸਕਦੇ ਹਾਂ, ਅਸੀਂ ਆਪ ਹੀ ਲੜਨਾ, ਸਬੂਤ ਪਏ ਹੈ। ਠੀਕ ਹੈ, ਜਿਹੜੇ ਮਦਈ ਪਿੱਛੇ ਹਟੇ ਆ, ਅਸੀਂ ਤਾਂ ਮਦਈ, ਹਰ ਬੰਦਾ ਜਿਹੜਾ ਕੋਈ ਕ੍ਰਾਈਮ ਹੋਇਆ ਉਹਦੇ ਮਦਈ ਤੁਸੀਂ ਵੀ ਹੋ ਸਕਦੇ, ਮੈਂ ਵੀ ਹੋ ਸਕਦੇ। ਮੈਂ ਤਾਂ ਉਹਦਾ ਐਫੀਡੇਵਿਟ ਪੜ੍ਹ ਕੇ ਹੈਰਾਨ ਹੋ ਗਿਆ। ਉਹ ਮੁੰਡੇ ਨੇ ਮਰਨ ਤੋਂ ਪਹਿਲਾਂ ਜਿਹੜਾ 5 ਪੇਜਾਂ ਦਾ ਐਫੀਡੇਵਿਟ ਹੈ, ਜਿਹਦੇ ਉੱਤੇ ਉਹਨੇ ਮਤਲਬ ਇੱਕ ਇੱਕ ਚੀਜ਼ ਲੈਣ ਦੇ ਆਰੀਆਂ ਲਿਖੀਆਂ, ਦੇਣ ਦਾਰੀਆਂ ਲਿਖੀਆਂ। ਪਹਿਲਾਂ ਉਹ ਤਾਂ ਕਮਾਲ ਦਾ ਆਦਮੀ ਸੀ, ਉਹਨੇ ਸਿਰਫ ਇਹਨਾਂ ਤੋਂ ਪੈਸੇ ਉਧਾਰੇ ਤੇ ਲੈਣੇ ਨਹੀਂ ਮੋੜੇ, ਤੇ ਉਹਦੇ ਵਿੱਚ ਉਹਨੂੰ ਕਰਨਾ ਪਿਆ। ਠੀਕ ਹੈ, ਆਪਦੇ ਆਪ ਨੂੰ ਪਹਿਲਾਂ 2 ਬੱਚੇ ਮਾਰੇ ਆਪਦੇ, ਠੀਕ ਹੈ, ਘਰ ਵਾਲੀ ਦੀ ਗੋਲੀ ਮਾਰੀ, ਆਪਦੇ ਮਾਰੀ। ਇਹ ਪਾਪ ਇਹਨਾਂ ਨੂੰ ਬਖਸ਼ੇ ਨਹੀਂ ਜਾਊਗਾ ਕਿਤੇ। ਮੈਂ ਰਾਜੇ ਵੜਿੰਗ ਨੂੰ ਤਾਂ ਯਾਦ ਰੱਖੇ ਸਾਰੀ ਉਮਰ, ਜਿੰਨਾ ਚਿਰ ਗੁਰਦੇਵ ਸਿੰਘ ਸੇਵਾ ਚਾਹੁੰਦਾ ਹੈ ਇਹ ਸਦਾ ਹਿਸਾਬ ਐਵੇਂ ਮੰਗਾਂਗੇ ਜਿਵੇਂ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰ ਨੂੰ ਤਕਲੀਫ ਦਿੱਤਾ ਹੈ। ਠੀਕ ਹੈ, ਬਾਕੀ ਵੀ ਜਿਹੜੇ ਹੈਗੇ ਆ ਅਲੱਗ ਹੈ, ਪਰ ਇਸ ਗੱਲ ਹੈ ਕਿ ਇਹ ਗੱਲਾਂ ਮਾਫ ਕਰ ਦਿਓ। ਨਹੀਂ ਬਾਕੀ ਕਿ ਅੱਜ ਕਰਪਸ਼ਨਾਂ, ਦਵਾਈਆਂ, ਬੱਸਾਂ ਦੀਆਂ ਬਾਟੀਆਂ ਖਾ ਗਿਆ, ਬਹੁਤ ਕੁਛ ਹੈ, ਬੜਾ ਕੁਛ ਹੈ, ਤਾਂ ਸਾਰਾ ਕੁਛ, ਸਾਰੇ ਗਾਂਦੇ ਇਕੱਠੇ ਹੋਏ, ਕੰਮ ਹੀ ਨਾ ਰਹੇ ਹੈ। ਪਰਿਵਾਰ ਹੀ ਖਤਮ ਕਰ ਦਿੰਦੇ, ਟੱਬਰ ਮਾਰਨੇ। ਉਹ ਜਿਹੜਾ ਆਪਾਂ ਆਜੂ ਦੀ ਗੱਲ ਕਰਦੇ ਆ, ਉਸ ਤੋਂ ਜਿਹੜਾ ਕਾਂਸਟੇਬਲ 92 ਮਾਰਿਆ ਸੀ, ਉਹਦੀ ਮਾਂ ਜੇ ਜਾਂਦੀ ਹੈ। ਠੀਕ ਹੈ, ਜਿਹੜੇ ਪੁੱਤਾਂ ਜਵਾਨਾਂ ਦੀਆਂ ਲਾਸ਼ਾਂ ਚੱਕੀਆਂ ਹੋਣ, ਕਿ ਮਾਪੇ ਜਦੋਂ ਇੰਨਾ ਲੰਬਾ ਸਮਾਂ ਜਿਉਂਦੇ ਰਹਿਣ, ਕਿੰਨੇ ਦੁੱਖ ਦਰਦ ਲੈ ਕੇ ਜਾਉਂਦੇ। ਇਹਨੂੰ ਆਪਾਂ ਪੋਲੀਟੀਕਲ ਅੱਤਵਾਦ ਕਹਿ ਸਕਦੇ ਹਾਂ, ਪੋਲੀਟੀਕਲ ਟੈਰਰਿਜ਼ਮ। ਬਿਲਕੁਲ ਜੀ, ਹੁਣ ਪੋਲੀਟੀਕਲ ਟੈਰਰਿਜ਼ਮ ਹੋ ਗਿਆ। ਜਦੋਂ ਆਸ਼ੂ ਵਾਲੀ ਮੈਟਰ ਦੀ ਗੱਲ ਕਰੀਏ, ਉਹ ਤਾਂ ਹੈਗੀ ਟੈਰਰਿਜ਼ਮ ਬੜੀ ਦੀ ਹੈ, ਪਿਓਰਲੀ ਇਹ ਪੋਲੀਟੀਕਲ ਟੈਰਰਿਜ਼ਮ ਹੈ। ਬਹੁਤ ਵੱਡਾ ਪਾਪ ਹੈ, ਰਾਜੇ ਵੜਿੰਗ ਨੂੰ ਯਾਦ ਰੱਖਣਾ ਚਾਹੀਦਾ। ਇਹਦਾ ਹਿਸਾਬ ਜਿਹੜਾ ਮੰਗਾਂਗੇ। ਇਹ ਸੱਚ ਜਿਹੜਾ ਤੁਸੀਂ ਆਸ਼ੂ ਵਾਲੇ ਗੱਲ ਕਰ ਰਹੇ ਸੀ, ਉਹਨਾਂ ਦੀਆਂ ਫੈਮਿਲੀਜ਼ ਵਗੈਰਾ ਹੈਗੀਆਂ? ਜੀ ਬਿਲਕੁਲ ਹੈਗੀਆਂ ਜੀ। 3 ਲੇਡੀਜ਼ ਮਾਰੀਆਂ ਸੀਗੀਆਂ, ਉਹਨਾਂ ਚੋਂ 2 ਮਾਵਾਂ ਦੀਆਂ ਸੀਗੀਆਂ। ਤੋਂ ਇੱਕ ਬਾਪ ਚਾਹੁੰਦਾ, ਇੱਕ ਘਰ ਵਾਲਾ ਚਾਹੁੰਦਾ, ਇੱਕ ਬੰਦਾ ਜੀ, ਇੱਕ ਧੀ ਸੀ, ਉਹਦੀ ਕੋਈ ਘਰ ਵਾਲੀ ਸੀ, ਇੱਕ ਰਿਸ਼ਤੇਦਾਰੀ ਵਿੱਚ ਹੋ ਸੀ। ਇਵੇਂ ਉਹ ਜਿਹੜਾ ਤੁਹਾਨੂੰ ਦੱਸਿਆ ਮੈਂ, ਤੁਹਾਨੂੰ ਜਿਹੜਾ ਮੁੰਡਾ ਮਰਿਆ, ਮਾਂ ਦੀ ਉਹਦੀ ਭਰਾ ਹੈਗੀ। ਚਲੋ ਮਾਂ ਬਾਪ ਲਈ ਚਾਰੋਂ ਵੱਡੀ ਹੁੰਦੀ, ਭਰਾ ਦਾ ਉਹਨਾਂ ਨਾਲ ਤੁਹਾਡਾ ਰਾਬਤਾ ਹੈਗਾ, ਰਾਬਤਾ ਹੈਗਾ। ਡਰਦੇ ਲੋਕ ਹੈਗੇ ਆ। ਹੁਣ ਮੈਂ ਤਾਜੀ ਦੀ ਗੱਲ ਕੀਤੀ ਪਹਿਲਾਂ, ਜਦੋਂ ਇਹ ਗੱਲ ਚੱਲੀ ਸੀ ਉਦੋਂ ਮੈਂ ਰਾਬਤਾ ਕੀਤਾ ਸੀ, ਉਹਨਾਂ ਦੀ ਹਿੰਮਤ ਨਹੀਂ ਸੀ। ਹੁਣ ਸਮਾਂ ਆਊਗਾ, ਕੋਈ ਗੱਲ ਨਹੀਂ, ਨਾ ਆਊਗਾ ਤਾਂ ਫਿਰ ਅਸੀਂ ਤਾਂ ਬੈਠੇ ਹੀ ਨਾ। ਮੈਂ ਤਾਂ ਕਰ ਹੀ ਰਿਹਾ ਸੀ, ਜਦੋਂ ਮੈਂ ਪੈਰਵਾਈ ਕਰ ਸਕਦਾ, ਉੱਠਣਗੇ ਨਾ ਉੱਠਣਗੇ ਕੋਈ ਦਿੱਕਤ ਨਹੀਂ। ਸੱਚ ਨੂੰ ਕੋਟਾ ਤੱਕ ਲਿਆਉਣ ਵਾਸਤੇ ਕੋਈ ਜਰੀਆ ਚਾਹੀਦਾ ਹੁੰਦਾ, ਉਹ ਅਸੀਂ ਕਰ ਰਹੇ ਹਾਂ ਕੰਮ। ਇੱਕ ਤੁਸੀਂ ਬਹੁਤ ਵੱਡੀ ਇਸ ਗੰਦਲੇ ਸਿਸਟਮ, ਜਦੋਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਜੰਗ ਵਿੱਢੀ ਬੈਠੇ ਹੋ, ਜਦੋਂ ਸੋਸ਼ਲ ਮੀਡੀਆ ਤੇ ਲੋਕਾਂ ਦੀ ਰਾਏ ਵੇਖੀ ਦੀ ਤਾਂ ਹਰ ਕੋਈ ਬੰਦਾ ਤੁਹਾਡੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਰਹਿੰਦਾ। ਕੀ ਕਦੇ ਤੁਸੀਂ ਗਵਰਨਮੈਂਟ ਜਾਂ ਕੋਰਟ ਤੋਂ ਕੋਈ ਸਿਕਿਉਰਿਟੀ ਵਗੈਰਾ ਲਈ ਕੀਤਾ ਟਰਾਈ? ਬਿਲਕੁਲ, ਕਿਉਂ ਨਹੀਂ ਕੀਤਾ? ਮੈਂ ਕਿਉਂ ਨਾ, ਮੈਨੂੰ ਆਪਣੀ ਜਾਨ ਨਹੀਂ ਕਰੀ ਬਿਲਕੁਲ ਕੀਤਾ। ਨਹੀਂ, ਮੇਰੇ ਵਰਗੇ ਬੰਦੇ ਥੋੜਾ ਦੇਣਗੇ। ਇਹ ਤਾਂ ਬਿੱਟੂ ਨੂੰ ਚਾਹੀਦੀ ਹੈ ਜੈਟ ਸਿਕਿਉਰਟੀਆਂ, ਰਾਜੇ ਵੜਿੰਗਾਂ ਨੂੰ ਚਾਹੀਦੀਆਂ, ਜਾਂ ਹੋਰ ਜਿਹੜਾ ਇਹਦਾ ਡਾਕੂ ਲਟੇਰੇ ਬਣੇ ਬੰਦੇ ਆ, ਬਾਦਲਾ ਟੱਬਰ ਹੈ, ਜਿਹੜੀ ਹੋ ਗਈ, ਇਹਨਾਂ ਨੂੰ ਚਾਹੀਦੀਆਂ। ਇਹ ਬਚਾਉਣੇ ਆ, ਇਹਨਾਂ ਨੂੰ ਸਾਡੀ ਬਚਾਉਣਾ ਥੋੜਾ ਪਿਓਰਟੀ ਹੈ। ਫਿਰ ਗੱਲ ਹਾਈ ਕੋਰਟ ਤੇ ਆ ਜਾਂਦੀ ਹੈ, 3 ਸਾਲ ਬਾਅਦ ਫੈਸਲਾ ਕਰਦੇ ਆ, 3 ਸਾਲ ਤੋਂ ਪਹਿਲਾਂ ਫੈਸਲਾ ਨਹੀਂ ਕਰਦੇ। ਮੈਂ ਕਹਿੰਦਾ ਮੈਨੂੰ ਖਤਰਾ ਹੈ, ਮੈਂ ਐਪਲੀਕੇਸ਼ਨ ਦਿੱਤੀ ਹੈ, 3 ਸਾਲ ਬਾਅਦ ਡਿਸੀਜਨ ਲੈਂਦੇ ਆ ਵੀ ਹੁਣ ਤਾਂ ਜਿਹੜੀ ਹੈਗੀ ਵੀ ਇਹ ਜਿਉਂਦਾ ਕਿਉਂ ਆ। ਪਹਿਲਾਂ ਤਾਂ ਜੇ ਮਰ ਜਾਂਦਾ ਕਿਹਨੂੰ ਪੁੱਛਣਾ ਸੀ, ਜਿਉਂਦਾ ਹੈ ਵੀ ਹੁਣ ਤਾਂ ਉਹ ਗਵਰਨਮੈਂਟ ਨਹੀਂ ਹੋਏਗੀ, ਤੇ ਜੇ ਇਹਨੂੰ ਦੁਬਾਰਾ ਕੋਈ ਪੈਸਾ ਹੋਵੇ ਤਾਂ ਫਰੈਸ਼ ਦੁਬਾਰਾ ਕੰਪਲੇਂਟ ਕਰ ਦਿੰਦਾ। ਆ 3 ਸਾਲ ਬਾਅਦ ਫੈਸਲਾ ਕਰਦੀ ਹਾਈ ਕੋਰਟ। ਉਹਦੇ ਬਾਵਜੂਦ ਵੀ ਮੈਂ ਜਿਹੜੀ ਅਗਲੇ ਇੰਸੀਡੈਂਟ ਹੋਏ ਹੈ ਉਹ ਦੇ ਕੇ, ਉਹ ਹਾਈ ਕੋਰਟ ਦਾ ਫੈਸਲਾ ਨਾਲ ਲਾ ਕੇ ਸੀਬੀ ਨੂੰ 2.5 ਮਹੀਨੇ ਹੋ ਗਏ ਦਰਖਾਸਤ ਦਿੱਤੀ ਨੂੰ ਵੀ ਆ 2 ਇੰਸੀਡੈਂਟ ਮੇਰੇ ਨਾਲ ਹੋਰ ਵਾਪਰੇ ਆ, ਜਿਹੜੇ ਮੈਂ ਬਾਹਰ ਗੱਲ ਨਹੀਂ ਕਰਦਾ, ਆਪਣੇ ਅੰਦਰ ਰੱਖਦਾ ਜੀ, ਜੋ ਕਰਦੇ ਉਸ ਤੇ ਅੱਜ ਤੱਕ 2.5 ਮਹੀਨੇ ਚ ਕੋਈ ਕਾਰਵਾਈ ਨਹੀਂ ਕੀਤੀ। ਮੈਂ ਕਹਿ ਸਕਦਾ ਜੇ ਕੱਲ ਨੂੰ ਦਿੱਕਤ ਹੋਊਗੀ ਇਹ ਜ਼ਿੰਮੇਵਾਰ ਉਹਦੀ ਕੀ ਵੈਲਿਊ ਹੈ, ਉਹਦੀ ਕੀ ਕੀਮਤ ਹੈ। ਮੇਰੀ ਕਿਸੇ ਨੂੰ ਕਿਸੇ ਨੇ ਪੁੱਛਣਾ, ਕੱਲ ਨੂੰ ਕੋਈ ਹੋ ਵੀ ਜਾਵੇ, ਮੈਂ ਤਾਂ ਕਹਿੰਦਾ ਕੋਈ ਹਾਲਾਤ ਇਹ ਬਣਨ ਮੇਰੇ ਤੇ ਕੋਈ 2-4 ਗੋਲੀਆਂ ਵੱਜਣ ਤੇ ਮੇਰੀ ਮੌਤ ਨਾ ਹੋਵੇ, ਬਚ ਜਾਵਾਂ ਮੈਂ, ਫਿਰ ਮੈਂ ਇਹਨਾਂ ਦੇ ਪਰਚੇ ਦਰਜ ਕਰਾਵਾਂ 90 ਨੇ। ਠੀਕ ਹੈ, ਫਿਰ ਪਤਾ ਲੱਗੂਗਾ ਇਹਨਾਂ ਨੂੰ ਕੀ ਹੈਗਾ, ਕਿਉਂਕਿ ਪਰਚਾ ਦਰਜ ਕਰਨਾ ਪਊਗਾ।
ਇਸ ਤਰ੍ਹਾਂ ਦੀ ਕਿਤੇ ਹਾਲਾਤ ਬਣੀ ਨਾ ਫਿਰ ਇਹਨਾਂ ਨੂੰ ਮੁੱਦਮ ਦੱਸ ਸਾਬਤ ਕਰੂੰਗਾ, ਫਿਰ ਨਾਮ ਲਿਖਾਉਂਗਾ ਆਹ ਸਾਰੀ ਸ਼ੀਟ ਹੈ। ਕਿੱਡੀ ਇਹ ਦੇਖ ਕੇ ਦੁੱਖ ਦੀ ਤੇ ਸ਼ਰਮ ਦੀ ਗੱਲ ਆ ਕਿ ਆਮ ਨਾਗਰਿਕ ਦਾ ਕੀ ਹਾਲ ਹੋਊਗਾ ਕਿ ਇੱਕ ਬੰਦਾ ਜਿਹਨੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਆਪਣੀ ਜ਼ਿੰਦਗੀ ਦੇ 32-35 ਸਾਲ ਸਿਸਟਮ ਨੂੰ ਦਿੱਤੇ ਆ, ਉਹਦੀ ਨਹੀਂ ਸੁਣਵਾਈ ਹੈਗੀ ਤਾਂ ਆਮ ਬੰਦਾ ਕੀ ਉਮੀਦ ਕਰਦਾ? ਤੇਰੇ ਵਰਗੇ ਬੰਦੇ ਕੀਤਾ ਸੀ ਮਿਸਟਰ ਲੋਕ ਹੈਗੇ ਆ, ਸੰਘਰਸ਼ ਪਹਿਲਾਂ ਵੀ ਕਰਦੇ ਰਹੇ ਆ, ਇਹਨਾਂ ਨੇ ਤਾਂ ਫੰਡ ਨਹੀਂ ਦਿੰਦੇ ਜੇ ਆਪਾਂ ਕਿਸੇ ਦੀ ਰੋਟੀ ਵੇਖਣੀ ਹੋਵੇ ਇਹਨਾਂ ਤਾਂ ਉਹ ਕੋਈ ਸੁਰੱਖਿਆ ਕਰੀ ਕਿਉਂ ਰੱਖਣੀ ਨਹੀਂ। ਉਹ ਇੱਕ ਕਿਸੇ ਕੁਦਰਤ ਦੇ ਹੁਕਮ ਵਿੱਚ ਕੁਝ ਚੀਜ਼ਾਂ ਚੱਲ ਰਹੀਆਂ ਜਿਹੜਾ ਹੁਣ ਤੱਕ ਸਰਵਾਈਵ ਕਰੀ ਜਾਂਦੇ ਆ। ਅਦਰਵਾਈਜ਼ ਜਿਹੜਾ ਲੋਕਾਂ ਦੀ ਦਬਾਅ ਹੈ, ਮੈਨੂੰ ਪਤਾ ਜਿਹੜੇ ਮੇਰੇ ਮੈਂ ਕੋਈ ਲਿਖਦਾ ਸੋਸ਼ਲ ਮੀਡੀਆ ਤੇ ਪਾਉਣਾ ਤੇ ਉਹਦੇ ਤੇ 100% ਲੋਕ ਜਿਹੜੇ ਹੈਗੇ ਮਤਲਬ ਮੇਰੀ ਇੰਨਾ ਹਮਦਰਦੀ ਕਰਦੇ ਆ, ਮੇਰੀ ਖਿਮਤ ਲਿਖਦੇ ਆ, ਚਿੰਤਾ ਵੀ ਕਰਦੇ ਜਿਹੜੇ ਤੁਸੀਂ ਮਤਲਬ ਗੱਲ ਕਰਦੇ ਹੋ, ਠੀਕ ਹੈ। ਪਰ ਇਹ ਕੀ ਕੀਤਾ ਜਾ ਸਕਦਾ? ਕੁਝ ਸਰਕਾਰਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਕਰਨਾ ਤਾਂ ਇਹਨਾਂ ਨੂੰ ਪਾਵਰ ਆ ਗਈ ਹੈ ਤੇ ਉਦੋਂ ਬਾਅਦ ਇਹਨਾਂ ਨੇ ਸਿਸਟਮ ਨੂੰ ਆਪਣੇ ਮਿਲ ਕਰਕੇ ਆਪਣੇ ਘਰ ਕਰਨੇ ਪਤਾ ਨਹੀਂ ਉਹ ਪੈਸਾ ਕਿੱਥੇ ਚਾਹੀਦਾ ਹੈ, ਪਤਾ ਨਹੀਂ ਉਹਦੇ ਕੀ ਕੰਮ ਹੋਣਗੇ। ਸੋ ਸਮਝ ਜਦੋਂ ਕਦੇ ਆਊਗੀ ਕੁਝ ਲੋਕਾਂ ਨੂੰ ਫਿਰ ਹੋ ਸਕਦਾ ਕਿ ਕੋਈ ਆਪਾਂ ਸਟੇਟ ਚਲੇ ਉਤਰੇ ਬੜੀ ਵੱਡੀ ਲੀਡ ਸੀ ਇਹ ਆਏ ਸੀ, ਬੜੀ ਲੀਡਾਂ ਨਾਲ ਲੈ ਕੇ ਆਉਂਦੇ ਸੀ, ਸਭ ਨੇ ਸੋਚਿਆ ਸੀ ਆਪਾਂ ਚਲੋ ਦੋ ਰਵਾਇਤੀ ਪਾਰਟੀਆਂ ਤੋਂ ਬਾਅਦ ਕੁਛ ਤਾਂ ਚੰਗਾ ਕਰਨਗੇ, ਕੁਛ ਨਹੀਂ ਨਾ ਚੰਗਾ ਸਗਾ ਜਿਹੜੀਆਂ ਬਣਾਈ ਹੋਈ ਹੈ ਬਤਾਲੀਆਂ ਇਹ ਵੀ ਫੇਲ ਹੋ ਜਾਣਗੀਆਂ ਜੀ। ਆ ਬੰਦੇ ਬਾਹਰ ਆ ਕੇ ਫਿਰ ਇਹਨਾਂ ਦੀ ਇੱਕ ਤੇ ਬੈਠਣੀ ਕੁਛ ਵੀ ਨਹੀਂ ਗਾ। ਤੁਹਾਡੀ ਉਮੀਦਾਂ ਵਾਲੀ ਗੱਲ ਤੋਂ ਦਿਮਾਗ ਚ ਆਈ ਕਿ ਲੁਧਿਆਣੇ ਦੇ ਵਿੱਚ 6-7 MLA ਆ, ਉਹਨਾਂ ਚ ਕੋਈ ਵੀ ਆਸ਼ੂ ਵਾਲੇ ਕੇਸ ਚ ਆਮ ਆਦਮੀ ਪਾਰਟੀ ਦਾ ਬੋਲਿਆ ਨਹੀਂ। ਦੂਜਾ ਪੱਖ ਹੁੰਦਾ ਕਿ ਵਿਰੋਧੀ ਧਿਰ, ਤੁਸੀਂ ਇਕੱਲੇ ਬੰਦੇ ਹੋ ਜਿਹੜੇ ਵਿਰੋਧੀ ਧਿਰ ਦਾ ਪੱਖ ਵੀ ਰੋਲ ਵੀ ਨਿਭਾ ਰਹੇ ਹੋ ਤੇ ਸਰਕਾਰ ਵਾਲੇ MLA ਨੇ ਜਿਹੜਾ ਬੋਲਣਾ ਸੀ ਉਹ ਵੀ ਤੁਸੀਂ ਕਰ ਰਹੇ ਹੋ। ਬਿਲਕੁਲ ਠੀਕ ਹੈ। ਮੈਂ ਤੇ ਜਿਸ ਤਰ੍ਹਾਂ ਦੀ ਭਾਸ਼ਾ ਮੈਂ ਬੋਲ ਕੇ ਕਰ ਸਕਦਾ ਉਹਦੇ ਵਿੱਚ ਕਿਹਾ ਸੀ ਵੀ ਇਹ ਮਰ ਗਏ ਜਿਉਂਦੇ ਵੀ ਨਹੀਂ ਹੈਗੇ। ਘੱਟੋ ਘੱਟ 6 ਬੰਦੇ ਤੁਸੀਂ ਸ਼ਹਿਰ 'ਚ ਬੈਠੇ ਹੋ, ਤੁਸੀਂ ਇੱਕ ਆਪੋਜੀਸ਼ਨ ਪਾਰਟੀ ਤੁਹਾਡਾ ਜਲੂਸ ਕੱਢੀ ਜਾਂਦੀ ਹੈ, ਉਹ ਪਾਰਟੀ ਜਿਹਨੇ ਕਿਸੇ ਨੂੰ ਖੰਘਣ ਨਹੀਂ ਦਿੱਤਾ ਪਹਿਲੇ 5 ਸਾਲਾਂ 'ਚ, ਅੱਜ ਤੁਹਾਡੀ ਸਰਕਾਰ ਫਿਰ ਮੁਰਦਿਆਂ ਦੀ ਸਰਕਾਰ ਹੈ ਜਿਹਦੇ ਪੱਲੇ ਕੁਛ ਹੋਵੇ। ਨਿੱਕੀ ਨਿੱਕੀ ਠੱਗੀਆਂ 'ਚ ਲੱਗੀ ਹੋਏ, ਵੱਡੀਆਂ ਠੱਗੀਆਂ ਨੂੰ ਰੋਕਤਾ ਉੱਪਰੋਂ ਵੀ ਤੁਸੀਂ ਅੱਗੇ ਮਾਰੋਗੇ ਤਾਂ ਤੁਹਾਨੂੰ ਗਲ ਘੁੱਟਾਂਗੇ ਕਿਉਂਕਿ ਉਹ ਆਪ ਲੱਗੇ ਹੋਏ ਆ ਉੱਪਰ ਦਿੱਲੀ ਵਾਲੀ ਜਿਹੜੀ ਟੀਮ ਹੈਗੀ ਹੈ। ਤਾਂ ਇਹ ਛੋਟੀ ਛੋਟੀ ਠੱਗੀਆਂ ਦੇ ਉੱਤੇ ਹੋਏ ਹਨ, ਠੀਕ ਹੈ। ਇਹ ਬੰਦੇ ਨਿੱਕੇ ਨਿੱਕੇ ਜਿਹੜੇ ਗੰਦ ਖਾ ਰਹੇ ਹੁੰਦੇ ਉਹ ਬਿਜੀ ਹੁੰਦੇ ਆ, ਇਹ ਵਿਚਾਰੇ ਨੇ ਪੈਸੇ ਦੇ ਕੇ ਟਿਕਟਾਂ ਨਹੀਂ ਹੈ, ਹੋਰ ਲੋਕ ਵੀ ਓਬਲੀਗੇਸ਼ਨਸ ਹੈਗੀਆਂ, ਇਹ ਜਿਵੇਂ ਸੂਰ ਵੀ ਰੂੜੀ ਤੇ ਖੜੇ ਹੁੰਦੇ, ਇਹ ਉਹ ਰੂੜੀ ਤੇ ਸੂਰ ਗੰਦ ਚੋ ਰਹੇ, ਇਸ ਕਰਕੇ ਉਹ ਟਾਈਮ ਥੋੜਾ ਰੁੰਦਰ ਸਿੰਘ ਨੂੰ ਤੇ ਇਹ ਇਲਜ਼ਾਮ ਵੀ ਲੱਗਦਾ ਵੀ ਇਹਦਾ ਆਮ ਆਦਮੀ ਪਾਰਟੀ ਨਾਲ ਰਲਿਆ ਹੋਇਆ ਵੀ ਇਹ ਇਹਨਾਂ ਦੇ ਕਾਂਗਰਸ ਸਾਹਿਬ ਦੇ ਉਹ ਵੀ ਬੋਲੇ ਵੀ ਵੇਖੋ ਜੀ ਸਰਕਾਰ ਦੀ ਗੱਲ ਕਰਦਾ, ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਵੀ ਜਿਸ ਨੂੰ ਅਸੀਂ ਐਡਾ ਬੜਾ ਨੁਕਸਾਨ ਉਹਨੇ ਉਠਾਇਆ ਹੋਇਆ ਹੈ। ਜਾਂ ਗੱਲ ਵੀ ਥੋੜੀ ਉਹ ਕਰੇ, ਜੇ ਮੈਂ ਗੱਲ ਕਰ ਰਿਹਾ ਤੇ ਮੈਂ ਸੱਚੀ ਗੱਲ ਜਿਹੜੀ ਹੈਗੀ ਉਹ ਵੀ ਤਾਂ ਕਰੂੰਗਾ, ਜੇ ਥੋੜੀ ਚੰਗੀ ਗੱਲ ਹੈ ਉਹ ਵੀ ਕਰ ਰਿਹਾ, ਥੋੜੀ ਉਹ ਵੀ ਦੱਸ ਰਿਹਾ, ਜਿੱਥੇ ਕੋਈ ਚੰਗਾ ਕੰਮ ਲੱਗਦਾ ਉਹ ਲੱਗਾ ਵੀ ਕਰੀਦੀ ਹੈ, ਜਿਹੜਾ ਕਿ 1% ਹੈ 99% ਤੁਹਾਡੀਆਂ ਨਲਾਇਕੀਆਂ ਉਹ ਦੱਸੀ ਜਾਵਾਂਗੇ, ਲੋਕਾਂ ਨੂੰ ਵੀ ਦੱਸਦੇ ਰਹਾਂਗੇ। ਇਹ ਪਹਿਲੀ ਸਰਕਾਰ ਹੈ ਜਿਹੜੀ 3 ਸਾਲਾਂ ਚ MP ਦੀ ਸਰਕਾਰ ਜਿਹੜੀ ਇਲੈਕਸ਼ਨ ਹਾਰ ਕੇ ਅੱਜ ਆਪਣੇ ਉਸ ਕੈਂਡੀਡੇਟ ਦੇ ਬੈਠੀ ਜਿਹੜੀ ਕਿ 5 ਸਾਲਾਂ ਦੇ ਬਦਲੇ 5-4 ਮਹੀਨੇ ਚ ਹੁੰਦੀ ਹੈ। ਇਹਨਾਂ ਦਾ ਪਹਿਲਾਂ 3 ਮਹੀਨੇ ਤੇ ਹਾਰ ਹੋ ਗਿਆ। ਸੋ ਇਹ ਜਾਗਰਣ ਚੰਗੀ ਗੱਲ ਹੈ ਤੇ ਨਹੀਂ ਤਾਂ ਲੋਕਾਂ ਨੂੰ ਪਹੁੰਚ ਹੋਣਾ ਆ ਗਿਆ। ਵੋਟ ਪਾਉਣੀ ਤਾਂ ਪੰਜਾਬੀ ਨੂੰ ਆਈ ਹੈ ਘੱਟੋ ਘੱਟ, ਕੋਈ ਗੱਲ ਵੋਟਾਂ ਰਾਈਆਂ ਖੜੀਆਂ 24 ਦੀ ਵੀ ਆਉਣਗੀਆਂ, ਸਹੀ ਉਹਦਾ ਮਤਲਬ ਥੱਲੇ ਵਾਲੇ ਜਿਹੜੇ ਇਹਨਾਂ ਦੇ ਸਪੋਰਟਰ ਹੁੰਦੇ ਉਹ ਆਪਸ ਵਿੱਚ ਨਿੱਤ ਗਾਲੋ ਗਾਲੀ ਹੁੰਦੇ ਆ, ਪਰ ਇਹਨਾਂ ਦੀ ਟੇਬਲ ਤੇ ਬੁਰਕੀ ਸਾਂਝੀ ਆ। ਜਿਵੇਂ ਆਪਾਂ ਇਹ ਹੋਣ ਵਾਲੇ ਆਸ਼ੂ ਖਿਲਾਫ ਨਹੀਂ ਬੋਲਦੇ, ਇਵੇਂ ਆਸ਼ੂ ਦੀ ਤੇ ਬੈਂਸ ਦੀ ਆਪਾਂ ਦੇਖਦੇ ਹੁੰਦੇ ਸੀ ਵੀ ਸਾਂਝਾ ਖਾਣ ਪੀਣ ਸੀ, ਇਕੱਠੇ ਬਿਲਕੁਲ ਇਕੱਠੇ। ਇਹ ਕਲੀਅਰ ਹੋ ਗਿਆ, ਅੱਗੇ ਭਲੇਖਾ ਸੀ ਲੋਕਾਂ ਨੂੰ, ਹੁਣ ਕਲੀਅਰ ਹੋ ਗਿਆ ਕਿ ਇਕੱਠੇ ਆ। ਜਿਵੇਂ ਜਲੀਸ਼ ਦੀ ਆਪਾਂ ਗੱਲ ਕੀਤੀ ਸੀ, ਇੱਕ LED ਕਲਾਸ ਇਕੱਠੀ ਹੋ ਗਈ, ਇਹ ਸਾਰੇ ਠੱਗ ਤੋਂ ਇੱਧਰ ਇਕੱਠੇ ਹੋ ਗਏ, ਇਹ ਸਾਰਿਆਂ ਨੇ ਉਹਦੇ ਵਿੱਚ ਮੀਡੀਆ ਜਿਹੜਾ ਹੈਗਾ ਉਹ ਨਾਲ ਲਾ ਲਿਆ। ਇਹ ਨੈਕਸਸ ਜਿਹੜਾ ਹੈ ਉਹ ਟੁੱਟਣਾ ਬਹੁਤ ਜ਼ਰੂਰੀ ਹੈ, ਬੜਾ ਔਖਾ ਹੈ, ਜ਼ਰੂਰੀ ਹੈਗਾ। ਤੇ ਇਹ ਨਹੀਂ ਹੁੰਦਾ ਸਮਾਂ ਪਾ ਕੇ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਣਾ ਅੰਤ ਤੇ ਆਉਂਦੀਆਂ ਤਾਂ ਲੱਗਦਾ ਕਿ ਜਦੋਂ ਕੋਈ ਆਵਾਜ਼ ਇੰਨੀ ਉੱਠੀ ਹੋਈ ਹੈ, ਸੋਸ਼ਲ ਮੀਡੀਆ 'ਚ ਇੰਨੀ ਗੱਲ ਆਈ ਹੋਈ ਹੈ, ਸਾਡੇ ਵਰਗੇ ਲੋਕ ਇੰਨੀ ਵੱਡੀ ਗੱਲ ਕਰਕੇ ਅਜੇ ਤੱਕ ਜਿਉਂਦੇ ਬੈਠੇ ਆ। ਉਮੀਦ ਕਰਦੇ ਹਾਂ ਕਿ ਆਉਣ ਸਮੇਂ ਵਿੱਚ ਕੁਝ ਹੋਰ ਚੀਜ਼ਾਂ ਕ੍ਰੀਏਟ ਹੋਣਗੀਆਂ। ਅਖੀਰ ਤੇ ਉਹੀ ਜਿਹੜੀ ਆਸ਼ੂ ਬੈਂਸ ਦੀ ਗੱਲ ਕਰਦੇ ਸੀ ਉਹ ਤੋਂ ਜ਼ਿਆਦਾ ਬੈਂਸ ਵਾਲੇ ਕੇਸ ਦੀ ਸਟੋਰੀ ਕਿੱਥੇ ਕੀ ਖੜੀ ਹੈ ਕਿ ਉਹਦੇ ਬਾਹਰ ਆਉਣ ਦੇ ਚਾਂਸ ਹੈ ਕਿ ਜ਼ਮਾਨਤ ਤੇ ਜਾਂ ਇਸ ਤਰ੍ਹਾਂ ਸੀਗਾ। ਉਹਦੇ ਨਾਲ 6 ਜਣੇ ਹੋਰ ਸੀ ਇਸ ਕੇਸ ਦੇ ਵਿੱਚ, ਉਹਨਾਂ 6 ਵਿੱਚੋਂ 4 ਦੀ ਜ਼ਮਾਨਤ ਕੈਂਸਲ ਹੋ ਗਈ ਸੀ, 2 ਦੀ ਹੋ ਗਈ ਸੀ ਥੱਲੇ, ਕਿਉਂਕਿ ਉਹ ਅਲੱਗ-ਅਲੱਗ ਰੋਲ ਸੀ ਉਹਨਾਂ ਦਾ। ਤੇ ਇਹ ਤਾਂ ਰੇਪਿਸਟ ਹੈ, ਇਹਦੀ ਜ਼ਮਾਨਤ ਹੋਣ ਦਾ ਵੀ ਹੱਲ ਲੱਗੀ ਹੋਈ, ਇਹਦੀ ਜ਼ਮਾਨਤ ਦੀ ਕੱਲ ਹੀ ਲੱਗੀ ਹੋਈ ਹੈ ਇੱਥੇ ਸੈਸ਼ਨ ਤੇ, ਹਾਂ ਕੱਲ ਲੱਗੀ ਹੋਈ ਹੈ। ਉਹ ਜਿਹੜੀ ਆ ਪੈਰਵਾਈ ਕਰ ਰਹੀ ਹੈ ਉਹਦੀ ਜਾ ਕੇ ਕਰੇ ਜ਼ਮਾਨਤ ਕਿਉਂ ਨਹੀਂ ਮਿਲਦੀ। ਹਾਂ ਨਾਲ ਦੇ ਨੂੰ ਜਿਹੜੇ ਬਾਕੀ 4 ਦੀ ਥੱਲੇ ਰਿਜੈਕਟ ਹੋਈ ਹੈ ਉਹਨੂੰ ਸੌਦਾ ਮਿਲ ਜੂਗਾ ਵੱਡੀ ਦੁਕਾਨ ਚੋਂ, ਤੇ ਇਹ ਤਾਂ ਉਮੀਦ ਨਹੀਂ ਹੈਗੀ, ਬਾਕੀ ਪਤਾ ਕੋਈ ਨਹੀਂ। ਗੱਲ ਤਾਂ ਉੱਥੇ ਆ ਜਾਂਦੀ ਨਾ ਅਖੀਰ ਤੇ ਆ ਕੇ ਤਾਂ ਉਹ ਵੀ ਹਾਂ ਕੌਣ ਉੱਥੇ ਬੈਠਾ ਹੈ, ਕੀ ਦਾ ਰੇਟ ਹੈ ਤੇ ਕੀ ਖਰੀਦਣ ਵਾਲੇ ਦੇ ਕੋਲ ਕੀ ਹੈ ਤੇ ਵਿੱਚ ਵਿਕਣ ਵਾਲਾ ਕੌਣ ਹੈ। ਇਹ ਹੈ ਮਾੜਾ ਮੋਟਾ ਐ ਤਾਂ ਨਹੀਂ ਹੈਗਾ ਸਾਰਾ ਹੀ ਵਿਨਾਸ਼ ਹੋ ਗਿਆ। ਬੈਠੇ 2-4 ਉੱਥੇ ਵੀ ਬੜੇ ਮੋਟੇ ਕੰਮ ਦੇ ਕਈ ਵਾਰੀ ਠੀਕ ਫੈਸਲੇ ਕਰ ਜਾਂਦੇ ਆ, ਪਰ ਉਹ ਕਮਜ਼ੋਰ ਹੈ। ਜਿਹੜਾ ਕੋਈ ਇਹਨਾਂ ਹਾਈਕੋਰਟ ਸੁਪਰੀਮ ਕੋਰਟ ਮੰਨ ਲਓ ਕੋਈ ਚੰਗਾ ਬੰਦਾ ਬੈਠਾ ਉਹ ਕਮਜ਼ੋਰ ਹੈ, ਉਹਦੀ ਚੰਗਾਈ ਕੀ ਹੈਗੀ, ਜੇ ਕਿਸੇ ਦਾ ਭਲੇ ਨਾ ਕਰ ਸਕਦੀ ਹੈ। ਜੋ ਉੱਥੇ ਪ੍ਰਿਸ਼ਟ ਜਿਹੜੇ ਹੈਗੇ ਆ, ਹਿੰਮਤ ਗੁਪਤੇ ਵਰਗੀ ਸੁਪਰੀਮ ਕੋਰਟ ਦਾ ਜੱਜ ਨਾਮ ਲੈਣਾ ਅੱਗੇ ਵੀ ਲੈਣਾ, ਜਿਹੜੇ ਪ੍ਰਿਸ਼ਟ ਬੰਦੇ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਕਾਬਜ ਹੈ ਸਿਸਟਮ ਤੇ, ਜਿਹੜੇ ਕੁਝ
ਸੈਟ ਇਮਾਨਦਾਰ ਲੋਕ ਹੈ ਉਹਨਾਂ ਦੇ ਕੋਲ ਕੁਝ ਨਹੀਂ ਕੋਈ ਤੇ ਕੋਈ ਉੱਥੇ ਜਿਹੜਾ ਇਹਨਾਂ ਸੀਟਾਂ ਦੇ ਬੈਠ ਕੇ ਵੀ ਜਿਹੜੇ ਬੰਦੇ ਜਿਹੜੇ ਜ਼ਿਆਦਾ ਨੀਵੇਂ ਕਿਦਾਰਾਂ ਦੇ ਲੋਕ ਹੋਇਆ ਉਹ ਜ਼ਿਆਦਾ ਕਾਮਯਾਬ ਹੈ ਜੀ ਉਸ ਕਾਫੀ ਇਹ ਮੇਰੇ ਨਾਲ ਇਹਨਾਂ ਦੀ ਸੇਵਾ ਕਰਨਾ। ਦੋਸਤੋ ਗੱਲ ਇਹ ਹੈ ਕਿ ਇੱਕ ਬੰਦਾ ਸਮਾਜ ਦੀ ਆਵਾਜ਼ ਬਣ ਕੇ ਜਾਨੀ ਸਾਡੀ ਆਵਾਜ਼ ਬਣ ਕੇ ਬੋਲ ਰਿਹਾ ਲੜ ਰਿਹਾ ਸਿਸਟਮ ਦੇ ਨਾਲ, ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਬੰਦੇ ਦੀ ਧਿਰ ਬਣ ਕੇ ਉਹਦੀਆਂ ਬਾਹਾਂ ਬਣ ਕੇ ਨਾਲ ਖੜੀਏ। ਤੋ ਬੇਨਤੀ ਹੈ ਕਿ ਆਪੋ ਆਪਣੇ ਪੱਧਰ ਤੇ ਸਾਨੂੰ ਵੀ ਇਹ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਸਾਡੀ ਆਵਾਜ਼ ਬਣ ਕੇ ਬੋਲ ਰਿਹਾ ਘੱਟੋ ਘੱਟ ਅਸੀਂ ਉਹਦੀ ਸੁਰੱਖਿਆ ਦੇ ਬਾਰੇ ਤਾਂ ਇਸ ਸਿਸਟਮ ਨੂੰ ਇਸ ਸਰਕਾਰ ਨੂੰ ਸਵਾਲ ਕਰ ਸਕਦੇ ਹਾਂ ਕਿ ਜਿੱਥੇ ਇੱਕ ਆਮ ਪੋਲੀਟੀਸ਼ੀਅਨ ਜਾਂ ਕੋਈ ਆਮ ਚੇਅਰਮੈਨ 20-50 ਬੰਦੇ ਪੁਲਿਸ ਮੁਲਾਜ਼ਮ ਲਈ ਫਿਰਦਾ, ਇੱਥੋਂ ਤੱਕ ਕਿ ਜਿਹੜੇ ਕੁਝ ਸ਼ਿਵ ਸੈਨਾ ਵਾਲਾ ਹੋ ਗਿਆ ਕੋਈ ਹੋਰ ਫਲਾਣੇ ਗਰੁੱਪ ਵਾਲਾ ਹੋ ਗਿਆ ਉਹ ਲਈ ਫਿਰਦੇ ਆ, ਤਾਂ ਇੱਕ ਜਿਹੜਾ ਸੱਚਾਈ ਦੇ ਲਈ ਸਿਸਟਮ ਦੇ ਲਈ ਬਚਾਉਣ ਦੇ ਲਈ ਲੜ ਰਿਹਾ ਤਾਂ ਉਹ ਬੰਦੇ ਦੇ ਲਈ ਸਾਨੂੰ ਬੋਲਣਾ ਚਾਹੀਦਾ। ਧੰਨਵਾਦ ਸਿੰਘ ਸਾਹਿਬ ਬਹੁਤ ਬਹੁਤ।